ਉਹ ਤਾਂ ਛੋਟਾ ਮੋਟਾ ਕੋਈ ਬੰਦਾ ਕਿਸੇ ਵੇਲੇ ਵੀ ਸਟ੍ਰੈਸ ਨਾਲ ਬ੍ਰੇਕਡਾਊਨ ਹੋ ਜਾਂਦਾ, ਦੁੱਖ ਨਾਲ ਬ੍ਰੇਕਡਾਊਨ ਹੋ ਜਾਂਦਾ, ਗਰੀਬੀ ਨਾਲ ਬ੍ਰੇਕਡਾਊਨ ਹੋ ਜਾਂਦਾ। ਉਹ ਅਲਟੀਮੇਟਲੀ ਬ੍ਰੇਕਡਾਊਨ ਦੇ ਵਿੱਚ, ਗੁੱਸੇ ਵਿੱਚ, ਆਈਡਲਿਜ਼ਮ ਵਿੱਚ, ਜਵਾਨੀ ਦੇ ਵਿੱਚ ਜੇ ਚੁੱਕੀ ਲਵੇ ਹਥਿਆਰ, ਤਾਂ ਉਹ ਤਾਂ ਸਮਾਜ ਲਈ ਚੰਗਾ ਹੁੰਦਾ ਕਿ ਇਦਾਂ ਦੇ ਬੰਦੇ ਪੈਦਾ ਹੁੰਦੇ ਆ ਜਿਹਨਾਂ ਨੂੰ ਗੁੱਸਾ ਹੁੰਦਾ, ਜਿਹਨੂੰ ਚਾਹੁੰਦੇ ਇਨਸਾਫ ਲਈ ਅਸੀਂ ਮਰਨ ਲਈ ਤਿਆਰ। ਉਹਨਾਂ ਨੂੰ ਆਪਾਂ ਟੈਰਰਿਸਟ ਕਹਿਣ ਲੱਗ ਪਈਏ ਤਾਂ ਦੇਸ਼ ਦਾ ਬੜਾ ਜ਼ਿਆਦਾ ਬਦਕਿਸਮਤੀ। ਉਹਨਾਂ ਨੂੰ ਜੇ ਤੁਸੀਂ ਮਜਬੂਰਨ ਮਾਰ ਦਿਓ, ਪੰਜਾਬ ਵਿੱਚ ਤਾਂ ਆਪਾਂ ਦੇਖਿਆ ਕਿਤੇ ਝੂਠੇ ਮੁਕਾਬਲੇ, ਕਿਤੇ ਸਭ ਤੋਂ ਚੰਗੇ ਬੰਦਿਆਂ ਨੂੰ ਅਸੀਂ ਉਹਨਾਂ ਨੂੰ ਝੂਠੇ ਟੈਰਰਿਸਟ ਕਹਿ ਲਓ, ਖਾਲਿਸਤਾਨੀ ਕਹਿ ਕੇ ਮਾਰ ਦਿੱਤਾ ਗਿਆ। ਔਰ ਇਸੇ ਕਰਕੇ ਪੰਜਾਬ ਦੀ ਹੁਣ ਜੋ ਲੀਡਰਸ਼ਿਪ ਦੀ ਕਮੀ ਵੀ ਆ ਰਹੀ ਹੈ ਕਿ ਸਭ ਤੋਂ ਘੱਟ ਕਰੈਕਟਰ ਵਾਲੇ ਬੰਦੇ ਪੋਲਿਟਿਕਸ ਵਿੱਚ ਜਾ ਰਹੇ ਨੇ, ਐਮਐਲਏ ਬਣ ਰਹੇ ਨੇ। ਸਾਡੇ ਕੋਲ ਪਿੰਡਾਂ ਦੇ ਬੰਦੇ ਨਹੀਂ ਬਚੇ। ਪਹਿਲਾਂ ਨਕਸਲਵਾੜੀ ਦੇ ਨਾਮ ਤੇ ਮਾਰੇ ਗਏ, ਫਿਰ ਖਾਲਿਸਤਾਨ ਦੇ ਨਾਮ ਤੇ ਮਾਰੇ ਗਏ, ਫਿਰ ਗੈਂਗਸਟਰ ਦੇ ਨਾਮ ਤੇ ਮਾਰੇ ਗਏ। ਬੱਚੇ ਪੈਦਾ ਕਿੱਥੋਂ ਹੁੰਦੇ ਆ? ਉੱਥੇ ਹੀ ਹੁੰਦੇ ਨਾ। ਉਹਨਾਂ ਚੋਂ ਕੁਝ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਬਚਾਉਣਾ, ਹਰ ਸਮਾਜ ਜਿਹੜਾ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਬਚਾਉਂਦਾ ਉਹ ਸਮਾਜ ਅੱਗੇ ਵੱਧਦਾ। ਤੁਸੀਂ ਆਪਣੇ ਬੱਚਿਆਂ ਨੂੰ ਮਰਵਾਈ ਦੋਗੇ ਤਾਂ ਕੋਈ ਸਮਾਜ ਨਹੀਂ ਅੱਗੇ ਵੱਧਦਾ, ਕੋਈ ਸਮਾਜ ਬਚ ਹੀ ਨਹੀਂ ਸਕਦਾ। ਹਰ ਜਨਰੇਸ਼ਨ ਵਿੱਚ ਕੁਛ ਹੀ ਬੰਦੇ ਹੁੰਦੇ ਆ ਜਿਹੜੇ ਲੀਡਰ ਬਣ ਸਕਦੇ ਆ, ਕੁਛ ਹੀ ਬੰਦੇ ਹੁੰਦੇ ਜਿਹਨਾਂ 'ਚ ਅੱਗ ਲੱਗੀ ਹੁੰਦੀ ਹੈ ਭਗਤ ਸਿੰਘ, ਕੁਛ ਬੰਦੇ ਹੁੰਦੇ ਜਿਹੜੇ ਇਮਾਨਦਾਰੀ ਲਈ ਆਪਣੀ ਜਾਨ ਦੇ ਦਿੰਦੇ ਆ। ਉਹਨਾਂ ਨੂੰ ਬਚਾਉਣਾ ਸਾਡਾ ਸਮਾਜ ਦਾ ਫਰਜ਼ ਹੈ, ਜੇ ਚਾਹੁੰਦੇ ਆ ਕਿ ਆਪਣੇ ਮੁਲਕ ਨੂੰ, ਆਪਣੀ ਜ਼ਮੀਨ ਨੂੰ, ਆਪਣੇ ਪਿੰਡ ਨੂੰ ਬਚਾਉਣਾ। ਮੈਂ ਸਟਾਰਟ ਕਰ ਲਈ ਰਿਕਾਰਡਿੰਗ ਸਰ। ਬਿਲਕੁਲ ਠੀਕ, ਕਰੋ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਅੱਜ ਇੱਕ ਐਸਾ ਮੁੱਦਾ ਅਸੀਂ ਛੇੜਾਂਗੇ ਜਿਹਦੇ ਵੱਲ ਸਾਰੇ ਲੋਕ ਚਾਹੁੰਦੇ ਨੇ ਕਿ ਉਸ ਚੀਜ਼ ਦੇ ਵੱਲ ਧਿਆਨ ਦਿੱਤਾ ਜਾਵੇ। ਉਹ ਮੁੱਦਾ ਹੈਗਾ ਜੀ ਅੱਤਵਾਦ ਦਾ। ਅਸਲ ਦੇ ਵਿੱਚ ਅੱਤਵਾਦੀ ਹੁੰਦਾ ਕੌਣ ਹੈ? ਦੋ ਤਰ੍ਹਾਂ ਦੇ ਅੱਤਵਾਦੀ ਮੰਨੇ ਜਾ ਸਕਦੇ ਨੇ। ਇੱਕ ਤਾਂ ਸਿੱਧਾ ਡਿਕਲੇਅਰਡ ਹੁੰਦਾ ਹੈ ਸਰਕਾਰਾਂ ਵੱਲੋਂ ਵੀ ਜਿਹੜਾ ਬੰਦਾ ਕਿਸੇ ਨੂੰ ਬੰਦੂਕਾਂ ਲੈ ਕੇ ਕਿਸੇ ਵੀ ਤਰੀਕੇ ਦੇ ਨਾਲ ਮਾਰੇ, ਬੰਬ ਧਮਾਕੇ ਕਰੇ, ਜਾਂ ਦੇਸ਼ ਨੂੰ, ਕਿਸੇ ਵੀ ਦੇਸ਼ ਨੂੰ ਤੋੜਨ ਦੀ ਗੱਲ ਕਰੇ, ਕੱਲਾ ਆਪਾਂ ਇਸ ਦੇਸ਼ ਦੀ ਗੱਲ ਨਹੀਂ ਕਰਦੇ, ਕਿਸੇ ਵੀ ਦੇਸ਼ ਨੂੰ ਤੋੜਨ ਦੀ ਗੱਲ ਕਰੇ ਜਾਂ ਉਸ ਦੇਸ਼ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਵੇ, ਉਸ ਨੂੰ ਮੋਟੇ-ਮੋਟੇ ਤੌਰ ਤੇ ਅੱਤਵਾਦੀ ਕਿਹਾ ਜਾਂਦਾ ਹੈ। ਲੇਕਿਨ ਦੂਸਰੇ ਪਾਸੇ ਜਦੋਂ ਆਪਾਂ ਦੇਖਦੇ, ਜਦੋਂ ਕਰਪਸ਼ਨ ਹੁੰਦੀ ਆ ਜਾਂ ਬਹੁਤ ਸਾਰੇ ਜਿਹੜੇ ਬੰਦੇ ਮਰਦੇ ਨੇ, ਜਾਨੀ ਤੇ ਮਾਲੀ ਨੁਕਸਾਨ ਹੁੰਦਾ ਆ, ਉਹ ਕਈ ਵਾਰੀ ਪੋਲੀਟੀਕਲ ਨੈਕਸਸ ਤੇ ਬਿਊਰੋਕ੍ਰੇਸੀ ਕਰਕੇ ਜਾਂ ਹੋਰ ਕਈ ਸਿਸਟਮ ਦੇ, ਜਿਹੜਾ ਸਰਕਾਰੀ ਤੰਤਰ ਆਪਾਂ ਕੁੱਲ ਮਿਲਾ ਕੇ ਕਹਿ ਦਈਏ, ਉਹਦੇ ਕਰਕੇ ਉਹ ਨੁਕਸਾਨ ਹੁੰਦਾ ਆ। ਬਹੁਤ ਸਾਰੇ ਥਾਵਾਂ ਤੇ ਆਪਾਂ ਦੇਖਦੇ ਹਾਂ, ਜਿਵੇਂ ਰੁਆਂਡਾ ਦੇ ਵਿੱਚ 1 ਮਿਲੀਅਨ ਲੋਕ ਮਾਰੇ ਗਏ ਸੀ, ਉਹ ਸਰਕਾਰੀ ਤੰਤਰ ਕਰਕੇ ਮਾਰੇ ਗਏ ਸੀ। ਉੱਥੋਂ ਦੇ ਰਾਸ਼ਟਰਪਤੀ ਨੇ ਖੁਦ ਅਪੀਲਾਂ ਕੀਤੀਆਂ ਸੀ ਆਪਣੇ ਜਿਹੜੇ ਆਪੋਜੀਸ਼ਨ ਦੇ ਲੋਕ ਸੀ ਉਹਨਾਂ ਨੂੰ ਮਾਰਨ ਵਾਸਤੇ। ਉਹ ਘੱਟ ਗਿਣਤੀ ਦੇ ਲੋਕ, 1 ਮਿਲੀਅਨ ਲੋਕ ਜਿਹੜੇ ਮਾਰੇ ਗਏ ਸੀ, ਉਹ ਵੀ ਇੱਕ ਸਰਕਾਰੀ ਤੰਤਰ ਸੀ। ਬਾਅਦ ਦੇ ਵਿੱਚ ਬਹੁਤ ਕੁਝ ਉੱਥੇ ਹੋਇਆ। ਇਵੇਂ ਹੀ ਪੰਜਾਬ ਦੇ ਵਿੱਚ ਹੋਇਆ। 84 ਹੋਈ। 84 ਦੇ ਵਿੱਚ ਇੱਕ ਪਾਸੇ ਸਿੱਖ ਸੀ ਜਾਂ ਭਿੰਡਰਾਂਵਾਲਾ ਕਹਿ ਲਓ, ਦੂਸਰੇ ਪਾਸੇ ਇੰਦਰਾ ਗਾਂਧੀ, ਕਾਂਗਰਸ ਕਹਿ ਲਓ, ਜਾਂ ਸਿੱਧੀ ਸਰਕਾਰ ਕਹਿ ਲਓ। ਸੋ ਇਹ ਚੀਜ਼ਾਂ ਹੋਈਆਂ ਨੇ। ਜਸਵੰਤ ਸਿੰਘ ਖਾਲੜਾ ਵੀ ਮਾਰਿਆ ਗਿਆ। ਜਸਵੰਤ ਸਿੰਘ ਖਾਲੜਾ ਨੂੰ ਮਾਰਨ ਵਾਲੇ ਜਿਹੜੇ 2-4 ਬੰਦੇ ਸੀ ਹੋਣਗੇ, ਔਰ ਸਜ਼ਾਵਾਂ ਵੀ ਹੋਈਆਂ। ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਸਾਜ਼ਿਸ਼ਾਂ ਕੌਣ ਕਰਦਾ ਆ? ਬਿਕਰਮਜੀਤ ਸਿੰਘ ਮਜੀਠੀਆ ਦਾ ਵੀ ਕਈ ਪਾਸੇ ਨਾਮ ਆ ਰਿਹਾ, ਡਰੱਗਸ ਦੇ ਵਿੱਚ ਨਾਮ ਆਉਂਦਾ ਆ, ਗੈਂਗਸਟਰਾਂ ਨੂੰ ਪਾਲਣ ਦੇ ਵਿੱਚ ਨਾਮ ਆਉਂਦਾ ਆ। ਈਵਨ ਕਿ ਕੁਮਨ ਵਿਜੇ ਪ੍ਰਤਾਪ ਸਾਹਿਬ ਵੀ ਖੁਦ ਕਹਿ ਰਹੇ ਨੇ ਵੀ ਹੁਣ ਇਹ ਕਈ ਚੀਜ਼ਾਂ ਐਕਸਪੋਜ਼ ਹੋਣ ਲੱਗ ਪਈਆਂ ਨੇ। ਸੋ ਜੇ ਗੈਂਗਸਟਰਾਂ ਨੂੰ ਸਰਕਾਰ ਅੱਤਵਾਦੀਆਂ ਦੀ ਕੈਟਾਗਰੀ ਵਿੱਚ ਰੱਖਣਾ ਚਾਹੁੰਦੀ ਹੈ ਤਾਂ ਗੈਂਗਸਟਰਾਂ ਨੂੰ ਪਾਲਣ ਵਾਲੇ ਲੋਕ ਅੱਤਵਾਦੀ ਕਿਉਂ ਨਹੀਂ ਹੋ ਸਕਦੇ? ਸੋ ਇਹ ਸਾਰੇ ਸਿਸਟਮ ਦੇ ਉੱਪਰ ਅਸੀਂ ਗੱਲ ਕਰਨ ਲਈ ਸਾਡੇ ਨਾਲ ਮੋਸਟ ਸੀਨੀਅਰ ਐਡਵੋਕੇਟ ਨੇ ਰਾਜਵਿੰਦਰ ਸਿੰਘ ਬੈਂਸ, ਜੋ ਕਿ ਜਸਟਿਸ ਅਜੀਤ ਸਿੰਘ ਦੇ ਬੇਟੇ ਨੇ। ਔਰ ਜਸਟਿਸ ਅਜੀਤ ਸਿੰਘ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕੁਰਬਾਨੀ ਜਾਂ ਉਹਨਾਂ ਦੀ ਸੇਵਾ, ਉਹ ਪੰਜਾਬ ਜਾਂ ਮਨੁੱਖਤਾ ਕਦੇ ਭੁਲਾ ਨਹੀਂ ਸਕਦੀ, ਜੋ ਕੁਝ ਉਹਨਾਂ ਨੇ ਕੀਤਾ। ਔਰ ਉਸ ਤੋਂ ਬਾਅਦ ਜੋ ਬੈਂਸ ਸਾਹਿਬ ਵੀ ਕਰ ਰਹੇ ਨੇ, ਖਾਸ ਕਰਕੇ ਮਨੁੱਖੀ ਅਧਿਕਾਰਾਂ ਦੇ ਕੇਸ ਲੜਨ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਔਰ ਇਹਨਾਂ ਦੀ ਸੇਵਾ ਵੀ ਆਪਾਂ ਕਦੇ ਭੁਲਾ ਨਹੀਂ ਸਕਦੇ। ਸੋ ਬੈਂਸ ਸਾਹਿਬ, ਮੈਂ ਤੁਹਾਡੇ ਤੋਂ ਪਹਿਲਾ ਸਵਾਲ ਇਹ ਪੁੱਛਾਂਗਾ, ਆਪਾਂ ਅੱਤਵਾਦ ਦੀ ਹੀ ਗੱਲ ਕਰਾਂਗੇ, ਉਸ ਤੋਂ ਬਾਅਦ ਆਪਣੇ ਕਈ ਚੀਜ਼ਾਂ ਨਿਖੜ ਕੇ ਆ ਜਾਣਗੀਆਂ। ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਅੱਤਵਾਦ ਦੀ ਡੈਫੀਨੇਸ਼ਨ ਸਰਕਾਰਾਂ ਨੇ ਕੀ ਨਿਰਧਾਰਿਤ ਕੀਤੀ ਹੋਈ ਹੈ? ਜਿਹੜੀ ਤਾਂ ਸਾਡੇ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਵਿੱਚ ਡੈਫੀਨੇਸ਼ਨ ਦਿੱਤੀ ਹੈ, ਇਹੀ ਡੈਫੀਨੇਸ਼ਨ ਟਾਡਾ ਵਿੱਚ ਸੀ। ਇਹੀ ਡੈਫੀਨੇਸ਼ਨ ਪਹਿਲਾਂ ਪ੍ਰੀਵੈਂਸ਼ਨ ਆਫ ਟੈਰਰਿਜ਼ਮ ਐਕਟ ਵਿੱਚ ਥੀ। ਇਹੀ ਡੈਫੀਨੇਸ਼ਨ ਇਹਨਾਂ ਨੇ ਜਦੋਂ ਪੋਟਾ ਖਤਮ ਕੀਤਾ, ਟਾਡਾ ਖਤਮ ਕੀਤਾ, ਫਿਰ UAPA ਦੇ ਵਿੱਚ ਪਾਤੀ ਜੀ। ਔਰ ਇਹ ਡੈਫੀਨੇਸ਼ਨ ਕਹਿੰਦੀ ਹੈ ਕਿ ਜਿਹੜਾ ਕੋਈ ਵੀ ਕੰਮ ਜਾਂ ਤਾਂ ਕੋਈ ਵੀ ਕੰਮ ਜਿਹੜਾ ਯੂਨਿਟੀ ਨੂੰ, ਏਕਤਾ ਦੀ, ਦੇਸ਼ ਦੀ ਅਖੰਡਤਾ ਨੂੰ
ਸੁਰੱਖਿਆ ਨੂੰ, ਆਰਥਿਕ ਸੁਰੱਖਿਆ ਨੂੰ, ਔਰ ਜਿਹੜੀ ਪੂਰੀ ਸੋਵਰੇਨਿਟੀ ਆਫ ਇੰਡੀਆ ਹੈ, ਤੇ ਉਹਦੇ ਲਈ ਉਹਨੂੰ ਤੋੜਨ ਲਈ ਤੇ ਕੁਛ ਆਤੰਕ ਫੈਲਾਉਣ ਲਈ ਇਹ ਕਰਦਾ ਹੈ, ਉਹ ਟੈਰਰਿਸਟ ਹੈ। ਬਟ ਉਹ ਤਾਂ ਟੈਰਰਿਸਟ ਹੈ ਜੋ ਕਰਦਾ ਯੂਜ਼ਿੰਗ ਬੰਬਸ, ਡਾਇਨਾਮਾਈਟ, ਦੂਜੇ ਐਕਸਪਲੋਸਿਵ ਸਬਸਟੈਂਸਿਸ ਜਾਂ ਐਟੋਮਿਕ, ਰੇਡੀਓ ਐਕਟਿਵ, ਬਾਇਓਲੋਜੀਕਲ, ਕੋਈ ਇਦਾਂ ਦੀ। ਮਗਰ ਇਹ ਨਹੀਂ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਸਾਰੇ ਸਿਕਿਉਰਿਟੀ ਨੂੰ, ਇੰਟੈਗ੍ਰਿਟੀ ਨੂੰ, ਏਕਤਾ ਨੂੰ ਜੇ ਕੋਈ ਬਿਨਾਂ ਤਰੀਕੇ ਨਾਲ ਵਿਚਾਰਾਂ ਨਾਲ ਖਤਮ ਕਰੇ ਫਿਰ ਉਹ ਟੈਰਰਿਸਟ ਨਹੀਂ ਬਣਦਾ। ਸਾਰੇ ਸਾਡੇ ਜਿਹੜੇ ਪੋਲੀਟੀਸ਼ੀਅਨ ਹੈ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਧਰਮ ਦੇ ਨਾਮ ਤੇ ਜੀ, ਸਾਰੇ ਪੋਲੀਟੀਸ਼ੀਅਨ ਸਾਡੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਜਾਤੀ ਦੇ ਨਾਮ ਤੇ ਜੀ, ਸਾਰੇ ਹੀ ਪੋਲੀਟੀਸ਼ੀਅਨ ਕੋਸ਼ਿਸ਼ ਕਰਦੇ ਹੈ ਆਪਣੀ ਰੇਸ ਟੂ ਪਾਵਰ ਲਈ ਕਰਪਸ਼ਨ ਕਰਦੇ ਆ, ਜਿਹਦੇ ਨਾਲ ਕਿ ਦੇਸ਼ ਦੀ ਜਿਹੜੀ ਆਰਥਿਕ ਸਿਕਿਉਰਿਟੀ ਖਤਮ ਹੁੰਦੀ ਹੈ, ਦੇਸ਼ ਗਰੀਬੀ ਵੱਲ ਵੱਧਦਾ ਜੀ। ਇਹਨਾਂ ਨੂੰ ਆਪਾਂ ਆਤੰਕਵਾਦੀ ਕਿਹਾ ਨਹੀਂ, ਬਟ ਅਸਲੀ ਵੱਡੇ ਆਤੰਕਵਾਦੀ ਇਹੀ ਹੈ। ਤੁਸੀਂ ਜਦੋਂ ਹਜ਼ਾਰਾਂ ਬੰਦਿਆਂ ਨੂੰ ਮਾਰ ਦਿੰਦੇ ਨੇ, ਤੁਸੀਂ ਆਪਾਂ ਦੇਸ਼ ਵਿੱਚ ਕਿੰਨੇ ਕਮਿਊਨਲ ਰਾਈਟਸ ਦੇਖ ਲਏ, ਰਾਇਟਸ ਕਾਹਦਾ ਸਰਕਾਰ ਕੀਤੇ ਕਤਲੇਆਮ ਹੁੰਦੇ ਆ, ਕਿੰਨੇ ਕਤਲੇਆਮ ਦੇਖਤੇ, ਉਹਨਾਂ ਨੂੰ ਆਪਾਂ ਟੈਰਰਿਸਟ ਐਕਟ ਨਹੀਂ ਕਹਿੰਦੇ। ਉਹਨਾਂ ਚੋਂ ਬੰਦਾ ਨਹੀਂ ਕਦੇ ਫੜ ਕੇ ਆ ਕੇ ਕਹਿ ਸਕਦੇ ਕੋਈ ਆਤੰਕਵਾਦੀ, ਬਟ ਜਿਹੜੇ ਕਰਵਾਉਂਦੇ ਆ ਉਹ ਹਮੇਸ਼ਾ ਹੀ ਇਸ ਪਰਿਭਾਸ਼ਾ ਤੋਂ ਨਿਕਲ ਜਾਂਦੇ ਜੀ। ਸੋ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜਿਹੜਾ ਤਾਂ ਆਮ ਵਿਅਕਤੀ ਕੋਈ ਕਰਦਾ ਇਹੋ ਜਿਹਾ ਕੰਮ, ਉਹਨੂੰ ਤਾਂ ਸਰਕਾਰ ਬੜੇ ਆਸਾਨੀ ਨਾਲ ਆਤੰਕਵਾਦੀ ਕਹਿੰਦੀ ਜੀ, ਤੇ ਉਹਦੇ ਖਿਲਾਫ ਸਭ ਤੋਂ ਸਟ੍ਰਿੰਜੈਂਟ ਕਾਨੂੰਨ ਲਾਗੂ ਕਰ ਦਿੰਦੀ ਹੈ ਕਿ ਜ਼ਮਾਨਤ 5 ਸਾਲ 8 ਸਾਲ 10 ਸਾਲਾਂ ਬਾਅਦ ਹੁੰਦੀ ਹੈ। ਤੇ ਜਿਹੜੇ ਕਰਵਾਉਂਦੇ ਉਸ ਤੋਂ ਵੱਡੇ ਕੰਮ ਜਿਹਦੇ ਨਾਲ ਦੇਸ਼ ਨੂੰ ਰੀਅਲੀ ਖਤਰਾ ਹੈ। ਇੱਕ ਬੰਦੇ ਦਾ ਬੰਬ ਨਾਲ ਕਿਸੇ ਦੁਕਾਨ ਨੂੰ ਸਾੜ ਦੇਣਾ ਕੋਈ ਖਤਰਾ ਨਹੀਂ ਹੈ। ਇੱਕ ਬੰਦੇ ਨੂੰ ਇਹ ਵਿਚਾਰ ਦੇਣਾ ਕਿ ਦੇਸ਼ ਇੱਕੋ ਜਾਤੀ ਦਾ, ਦੇਸ਼ ਇੱਕੋ ਹੀ ਧਰਮ ਦਾ ਤੇ ਬਾਕੀਆਂ ਨੂੰ ਜਲਾ ਦਿਓ, ਮਾਰ ਦਿਓ, ਇਹੋ ਜਿਹੇ ਵਿਚਾਰਾਂ ਨੂੰ ਇੰਪਲੀਮੈਂਟ ਕਰਨਾ, ਕਿਉਂਕਿ ਤੁਸੀਂ ਪਾਵਰ ਵਿੱਚ ਹੈ, ਤੁਸੀਂ ਕਰ ਸਕਦੇ ਹੋ। ਇਹ ਕਿੰਨੇ ਵੱਡੇ ਖਤਰੇ ਆ ਦੇਸ਼ ਲਈ। ਪਹਿਲਾਂ ਦੇਸ਼ ਟੁੱਟ ਚੁੱਕੇ ਸਬ ਕੰਟੀਨੈਂਟ ਵਿੱਚ, ਇਸੇ ਵਿਚਾਰਾਂ ਕਰਕੇ ਪਹਿਲਾਂ ਦੇਸ਼ ਟੁੱਟਿਆ, ਪਾਕਿਸਤਾਨ ਬਣਿਆ, ਉਸੇ ਵਿਚਾਰਾਂ ਕਰਕੇ ਪਾਕਿਸਤਾਨ ਦੇ ਡੋਰ ਤੋੜੇ ਹੋਏ। ਤੁਸੀਂ ਸਭ ਤੋਂ ਵੱਡਾ ਖਤਰਾ ਤਾਂ ਇਦਾਂ ਦੇ ਵਿਚਾਰ ਹੈ, ਔਰ ਜਿਹੜੇ ਕਿ ਮੇਨ ਸਟ੍ਰੀਮ ਪੋਲੀਟੀਸ਼ੀਅਨ ਇਸ ਵੇਲੇ ਦੇਸ਼ ਵਿੱਚ ਫੈਲਾ ਰਹੇ ਨੇ। ਦੂਸਰੇ ਧਰਮ ਦੇ ਬਾਰੇ ਨਫ਼ਰਤ ਪੈਦਾ ਕਰਨੀ, ਦੂਸਰੇ ਜਾਤੀਆਂ ਦੇ ਬਾਰੇ ਨਫ਼ਰਤ ਪੈਦਾ ਕਰਨੀ, ਜ਼ੁਲਮ ਕਰਨਾ ਲੋਕਾਂ ਤੇ, ਔਰ ਸਾਰੇ ਕਿਸ ਲਈ? ਸਿਰਫ ਪਾਵਰ ਲਈ ਜੀ, ਦੇਸ਼ ਲਈ ਵੀ ਨਹੀਂ, ਆਪਣੀ ਪਾਵਰ ਲਈ ਤੁਸੀਂ ਇਦਾਂ ਕਰ ਰਹੇ ਹੋ। ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ? ਇਸ ਤੋਂ ਵੱਡਾ ਦੇਸ਼ ਦਰੋਹ ਕੀ ਹੋ ਸਕਦਾ? ਇਸ ਤੋਂ ਵੱਡਾ ਆਤੰਕਵਾਦੀ ਐਕਟ ਕੀ ਹੋ ਸਕਦਾ? ਤੋ ਇਸ ਕਰਕੇ ਇਹ ਮਗਰ ਪ੍ਰੋਪੇਗੈਂਡਾ ਸਾਰੀਆਂ ਉਹਨਾਂ ਕੋਲ ਟੀਵੀ ਚੈਨਲਾਂ ਇਹ ਗੱਲ ਨੂੰ ਸਮਝਾਉਂਦੀਆਂ ਨਹੀਂ ਹੈ ਕਿ ਜਿਹੜਾ ਦੇਸ਼ ਨੂੰ ਅਸਲੀ ਖਤਰਾ ਆਮ ਲੋਕਾਂ ਤੋਂ ਕਦੇ ਨਹੀਂ ਹੁੰਦਾ। ਦੇਸ਼ ਤਾਂ ਹੈ ਹੀ ਆਮ ਲੋਕਾਂ ਦਾ, ਉਹਨਾਂ ਨੇ ਇਹਨੂੰ ਕੀ ਤੋੜਨਾ? ਉਹ ਦੇਸ਼ ਇਕੱਠਾ ਰਹੇਗਾ, ਦੇਸ਼ ਸਟਰੋਂਗ ਰਹੇਗਾ ਤਾਂ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਸੁੱਖ ਆਏਗਾ, ਕੋਈ ਸਹੂਲਤ ਆਏਗੀ, ਕੋਈ ਖੁਸ਼ਹਾਲੀ ਆਏਗੀ। ਜਿਹੜੇ ਪਾਵਰ ਜਾਂ ਉੱਪਰ ਆਉਣਾ ਚਾਹੁੰਦੇ ਹਨ, ਕਬਜ਼ਾ ਕਰਨਾ ਚਾਹੁੰਦੇ, ਉਹਨਾਂ ਤੋਂ ਖਤਰਾ ਹੁੰਦਾ ਹਮੇਸ਼ਾ। ਜੇ ਤਾਂ ਉਹ ਕਾਨੂੰਨ ਦੇ ਮੁਤਾਬਿਕ ਪਾਵਰ ਚਾਹਣ ਫਿਰ ਕੋਈ ਖਤਰਾ ਨਹੀਂ, ਮਗਰ ਉਹ ਹਰ ਰੂਲ ਤੋੜ ਕੇ, ਹਰ ਨਿਯਮ ਤੋੜ ਕੇ, ਹਰ ਤਰੀਕੇ ਨਾਲ ਤਾਕਤ ਵਿੱਚ ਕਬਜ਼ਾ ਕਰ ਲੈਂਦੇ ਰਹਿੰਦੇ ਆ। ਉਹਨਾਂ ਨੂੰ ਕਿਵੇਂ ਤੋੜਦੇ ਆ? ਆਪਾਂ ਦੇਖਿਆ ਵੋਟਾਂ ਇਕੱਠੀਆਂ ਕਰਨ ਲਈ ਕੁਝ ਵੀ ਮੀਨਸ ਹੈ, ਕਿਸੇ ਵੀ ਤੁਸੀਂ ਡਰੱਗਸ ਦਾ ਮਨੀ ਜਾਂਦਾ ਕਿੱਥੇ ਹੈ? ਇਹ ਸਾਰਾ ਇਲੈਕਸ਼ਨ ਕੰਪੇਨ ਨੂੰ, ਇਲੈਕਸ਼ਨਾਂ ਨੂੰ ਮੈਨੇਜ ਕਰਨੀ ਜਾਂਦਾ ਜੀ ਜੀ ਜੀ। ਅਵੈਧ ਸ਼ਰਾਬ ਦਾ ਪੈਸਾ ਕਿੱਥੇ ਜਾਂਦਾ? ਅਵੈਧ ਜਿਹੜੇ ਸਾਡੇ ਅਸੀਂ ਦੇਸ਼ ਵਿੱਚ ਆਪਣੀ ਜਿਹੜੇ ਬੱਚਿਆਂ ਦੀਆਂ ਕਿਡਨੈਪਿੰਗ ਨਹੀਂ ਖਤਮ ਕਰ ਸਕੇ, ਬੈਗਿੰਗ ਰੈਕਟਸ ਨਹੀਂ ਖਤਮ ਕਰ ਸਕੇ, ਪ੍ਰੋਸਟੀਟਿਊਸ਼ਨ ਰੈਕਟਸ ਨਹੀਂ ਖਤਮ ਕਰ ਸਕੇ, ਕਿੱਥੇ ਜਾਂਦਾ ਪੈਸਾ? ਜੀ ਜੀ, ਸਿੱਧੇ ਸਾਹਮਣੇ ਤੁਹਾਡੇ ਸਾਹਮਣੇ ਦਿਖ ਰਿਹਾ। ਹਰ ਵੱਡੇ ਸ਼ਹਿਰ ਵਿੱਚ ਛੋਟੇ ਛੋਟੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ। ਉਹ ਕਿਉਂ ਨਹੀਂ ਰੋਕ ਪਾਉਂਦੇ? ਜਿਹੜੇ ਐਡੇ ਵੱਡੇ ਗੱਲਾਂ ਕਰਦੇ, ਜਿਹੜੇ ਐਡੇ ਵੱਡੇ ਅਖੰਡ ਦੇਸ਼ ਦੀ ਗੱਲਾਂ ਕਰਦੇ, ਜਿਹਨਾਂ ਕੋਲ ਐਡੀ 20 ਲੱਖ ਦੀ ਆਰਮੀ ਹੋਵੇ, ਜਿਹੜਾ ਵੱਡੇ ਵੱਡੇ ਮੁਲਕਾਂ ਦੇ ਵਿੱਚ ਕਹਿ ਰਹੇ ਕਿ ਅਸੀਂ 4th ਲਾਰਜੈਸਟ ਆਰਮੀ ਹੈ, ਉਹ ਆਪਣੇ ਦੇਸ਼ ਦੀ ਬਿਮਾਰੀਆਂ ਕਿਉਂ ਨਹੀਂ ਖਤਮ ਕਰਦੇ, ਜਿਹੜੀਆਂ ਕਿ ਬੜੇ ਸਿੱਧੀਆਂ ਜੀ। ਕੀ ਔਖਾ ਹੈ ਪ੍ਰੋਸਟੀਟਿਊਸ਼ਨ ਨੂੰ ਖਤਮ ਕਰਨਾ? ਕੀ ਔਖਾ ਹੈ ਡਕੈਤੀਆਂ ਨੂੰ ਖਤਮ ਕਰਨਾ? ਜੀ ਕੁਝ ਵੀ ਔਖਾ ਨਹੀਂ। ਜੇ ਤੁਸੀਂ ਚਾਹੁੰਦੇ ਹੋ ਤੇ ਕਦੀ ਹੋ ਹੀ ਨਹੀਂ ਸਕਦਾ। ਸਾਡੇ ਵਰਗੇ ਦੇਸ਼ ਵਿੱਚ ਸਿੱਧੇ ਵੱਡੇ ਜਿਹੜੇ ਕਿ ਜਿਹਨੂੰ ਆਪਾਂ ਨੂੰ ਕਮਿਊਨਲ ਕਤਲੇਆਮ ਕਹਿੰਦੇ ਆ, ਇਹ ਕਦੇ ਨਹੀਂ ਹੋ ਸਕਦੇ ਜੇ ਪੂਰਾ ਉਸ ਮੁਲਕ ਦਾ ਜਾਂ ਉਸ ਸ਼ਹਿਰ ਦਾ ਜਿਹੜਾ ਪੂਰਾ ਪੁਲਿਸ ਫੋਰਸ ਉਹਦੀ ਮਦਦ ਨਾ ਕਰੇ ਜੀ। ਸਾਡੇ ਸਾਹਮਣੇ ਜੋ ਹੋਇਆ ਉੱਥੇ ਵੀ ਸਪਸ਼ਟ ਹੈ, ਜਿਹੜੇ ਸਾਡੇ ਤੋਂ ਪਹਿਲਾਂ ਹੋਏ ਸੀ ਉਦੋਂ ਵੀ ਸਪਸ਼ਟ ਸੀ, ਮਗਰ ਬਿਲਕੁਲ ਉਸੇ ਤਰ੍ਹਾਂ ਜਿੱਦਾਂ 47 ਚ ਅੰਗਰੇਜ਼ ਨਹੀਂ ਚਾਹੁੰਦੇ ਤਾਂ ਇਹ ਨਹੀਂ ਸੀ ਹੋਣਾ ਜੀ ਜੀ ਜੀ। ਮਗਰ ਅੰਗਰੇਜ਼ਾਂ ਦੀ ਫੌਜ ਖੜੀ ਰਹੀ ਚੁੱਪਚਾਪ। ਉਹਨਾਂ ਨੇ ਜਿਹੜਾ ਨੇ ਪੂਰੀ ਦੇਸ਼ ਸੈਕੰਡ ਵਰਲਡ ਵਾਰ ਲੜ ਲਈ, ਉਹਨਾਂ ਨੇ ਇੱਥੇ ਦੇ ਕਤਲੇਆਮ ਨਹੀਂ ਰੋਕੇ ਕਮਿਊਨਲ ਬੇਸ ਤੇ। ਸੋ ਜੇ ਉਹਨਾਂ ਨੇ ਰੋਕੇ, ਸਮਝ ਆਉਂਦਾ ਕਿਉਂ ਨਹੀਂ ਰੋਕੇ ਜੀ। ਐਡੀ ਵੱਡੀ ਸਾਰੀ ਦੁਨੀਆ 'ਚ ਫੌਜ ਪਹੁੰਚਾਤੀ, ਬੜੇ ਛੋਟੇ ਜਿਹੇ ਬਾਰਡਰ ਤੇ ਪੰਜਾਬ ਦੇ ਵਿੱਚ ਰੋਕ ਨਹੀਂ ਸਕਦੇ, ਰੋਕਿਆ ਚਾਹੁੰਦੇ ਨਹੀਂ ਸੀ। ਬਸ ਉਹੀ ਕਾਨੂੰਨ ਹੈ, ਉਹੀ ਰੂਲ ਹੈ, ਤੁਹਾਡੇ ਹੱਕ ਵਿੱਚ ਹੈ। ਜੇ ਤੁਹਾਨੂੰ ਲੋਕਾਂ ਦਾ ਕੋਈ ਮੁੱਲ ਹੀ ਨਹੀਂ ਹੈ,
ਜੀ ਚਾਹੇ ਆਪਾਂ ਕਹਿੰਦੇ ਲੋਕਤੰਤਰ ਲੋਕਾਂ ਦਾ ਤੰਤਰ ਹੈ, ਇਹ ਲੋਕਾਂ ਦੇ ਸ਼ੋਸ਼ਣ ਕਰਨ ਦਾ ਤੰਤਰ ਬਣ ਚੁੱਕਾ ਹੈ। ਜੀ ਲੋਕਾਂ ਨੂੰ ਵਾਪਸ ਆਪਣੇ ਹੱਥਾਂ 'ਚ ਪਾਵਰ ਲੈਣੀ ਹੈ। ਵਾਪਸ ਕਿਵੇਂ ਲੈਣੀ ਹੈ? ਇਹ ਹਮੇਸ਼ਾ ਪਿੰਡ ਤੋਂ ਸ਼ੁਰੂ ਹੁੰਦੀ ਹੈ। ਜਿਹੜੀ ਸਾਰਾ ਵੱਡਾ ਜਿਹੜਾ ਕਹਿ ਰਿਹਾ ਨਾ, ਜਿਹੜਾ ਨੇਸ਼ਨ ਬਿਲਡਿੰਗ ਅੰਪਾਇਰ ਵੱਡਾ ਕਰ ਦੇਣਾ, ਅਸੀਂ ਵੱਡੀਆਂ ਗੱਲਾਂ ਸੋਚਦੇ ਹਾਂ, ਉਹ ਚਾਹੁੰਦਾ ਕਿ ਸਾਰੀ ਪਾਵਰ ਆ ਜਾਵੇ ਇੱਕ ਬੰਦੇ ਕੋਲ, ਪ੍ਰਾਈਮ ਮਿਨਿਸਟਰ ਕੋਲ ਜਾਂ ਪ੍ਰੈਜ਼ੀਡੈਂਟ ਕੋਲ। ਦੇਸ਼ ਉਦੋਂ ਚੱਲਦੇ ਆ ਜਦੋਂ ਸਾਰੀ ਪਾਵਰ ਆ ਜਾਂਦੀ ਹੈ ਪੰਚਾਇਤ ਦੇ ਲੋਕਾਂ ਕੋਲ, ਨਾ ਕਿ ਸਰਪੰਚ ਕੋਲ। ਜੀ ਇਹ ਜਿਹੜਾ 73rd ਅਮੈਂਡਮੈਂਟ ਅਸੀਂ ਕੀਤਾ ਸੀ ਜਾਂ ਕਾਂਗਰਸ ਨੇ ਕਰਾਇਆ ਸੀ, ਉਹਦਾ ਜਿਹੜਾ ਸਪਿਰਿਟ ਤਾਂ ਇਹੀ ਸੀ ਕਿ ਪੰਚਾਇਤ ਕੋਲ ਜ਼ਿਆਦਾ ਪਾਵਰਾਂ ਦਿਓ, ਪੰਚਾਇਤ ਤੋਂ ਵੀ ਜ਼ਿਆਦਾ ਗ੍ਰਾਮ ਸਭਾ ਨੂੰ ਦਿਓ, ਪੰਚਾਇਤ ਦੇ ਵੋਟਰਾਂ ਨੂੰ ਦਿਓ, ਤਾਂ ਕਿ ਉਹ ਆਪਣੇ ਜ਼ਮੀਨ ਦੇ ਮਾਲਕ ਬਣਨ। ਉਹਨਾਂ ਦੇ ਪਿੰਡ ਵਿੱਚ ਕੋਈ ਪੁਲਿਸ ਵਾਲਾ ਕਿਸੇ ਨੂੰ ਚੁੱਕ ਕੇ ਨਾ ਲੈ ਕੇ ਜਾਵੇ, ਆਪਣੇ ਕ੍ਰਾਈਮ ਦੇ ਉਹ ਜ਼ਿੰਮੇਵਾਰ ਹੋਣ, ਉਹਨਾਂ ਨੂੰ ਪੈਸੇ ਮਿਲਣ, ਆਪਣੀ ਰੱਖਣ। ਜੀ ਕਿਉਂ ਨਹੀਂ ਹੋ ਸਕਦਾ? ਤੁਸੀਂ ਉਹ ਚਾਹੁੰਦੇ ਨਹੀਂ। ਤੁਸੀਂ ਐਡਾ ਵੱਡਾ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਾ ਕੇ ਵੀ ਪੰਚਾਇਤਾਂ ਨੂੰ ਪਾਵਰਾਂ ਨਹੀਂ ਦਿੱਤੀ। ਕਿਸੇ ਸਟੇਟ ਗਵਰਨਮੈਂਟ ਨੇ ਪੰਚਾਇਤਾਂ ਨੂੰ ਉਨੀਆਂ ਪਾਵਰਾਂ ਨਹੀਂ ਦਿੱਤੀਆਂ ਜਿੰਨੀਆਂ ਉਹ ਦੇ ਸਕਦੇ। ਉਸ ਤੋਂ ਬਾਅਦ ਜੇ ਪੰਚਾਇਤ ਨੂੰ ਪਾਵਰਾਂ ਦਿੱਤਾ, ਸਾਰੀਆਂ ਪਾਵਰਾਂ ਦੇ ਦੇਣੀਆਂ ਸਰਪੰਚ ਨੂੰ। ਉਹਨਾਂ ਉੱਤੇ ਫਿਰ ਡੀਓ ਅਫਸਰ ਬਿਠਾ ਦੇਣੇ, ਜਿਹੜਾ ਕਿ ਸਰਪੰਚ ਨੂੰ ਕੋਈ ਕੰਮ ਨਹੀਂ ਕਰ ਦੇਣਗੇ। ਪੁਲਿਸ ਦੀਆਂ ਆਪਾਂ ਪਾਵਰਾਂ ਖਤਮ ਨਹੀਂ ਕੀਤੀਆਂ, ਪੁਲਿਸ ਦੀਆਂ ਪਾਵਰਾਂ ਦਿੱਤੀਆਂ ਨਹੀਂ ਪੰਚਾਇਤ ਨੂੰ। ਤੇ ਇਸ ਲਈ ਜਦ ਤੱਕ ਆਪਾਂ, ਜਿਹਨੂੰ ਆਪਾਂ ਕਹਿੰਦੇ ਆ ਫੈਡਰਲ ਸਟਰਕਚਰ, ਜਿਹਨੂੰ ਆਪਾਂ ਕਹਿੰਦੇ ਡੀਸੈਂਟਰਲਾਈਜੇਸ਼ਨ, ਪਾਵਰ ਲੀਡਰਾਂ ਤੋਂ ਲੈ ਕੇ ਲੋਕਾਂ ਤੱਕ ਤਾਂ ਪਹੁੰਚੇ, ਫਿਰ ਕਿਸੇ ਇਨਸਾਫ ਵੀ ਹੁੰਦਾ, ਫਿਰ ਕਿਤੇ ਚੰਗਾ ਰਾਜ ਬਣਦਾ। ਔਰ ਜਿਹੜੇ ਮੁਲਕਾਂ ਨੇ ਤਰੱਕੀ ਕੀਤੀ, ਉਹਨਾਂ ਨੇ ਇਸ ਤਰੀਕੇ ਨਾਲ ਕੀਤੀ ਹੈ। ਡਿਕਟੇਟਰਸ ਨੇ ਆਪਣੇ ਦੇਸ਼ ਨੂੰ ਹਮੇਸ਼ਾ ਬਰਬਾਦ ਕੀਤਾ। ਉਹ ਵੱਡੇ ਵੱਡੇ ਸਿੰਬਲ ਬਣਾਉਂਦੇ, ਲੋਕਾਂ ਨੂੰ ਬੇਵਕੂਫ ਬਣਾਉਂਦੇ, ਵੱਡੇ ਵੱਡੇ ਬੁੱਤ ਖੜਾ ਕਰਦੇ, ਵੱਡੇ ਡੈਮ ਬਣਾਉਂਦੇ, ਅਸੀਂ ਸੜਕਾਂ ਬਣਾਤੀਆਂ, ਬਟ ਸੜਕਾਂ ਵੀ ਜੇ ਲੋਨ ਲੈ ਕੇ ਬਣਾਤੀਆਂ, ਉਹਨਾਂ ਵੀ ਦੇਸ਼ ਗਰੀਬ ਹੀ ਹੁੰਦਾ ਜੀ। ਸੋ ਇਸ ਕਰਕੇ ਜਿੱਥੇ ਲੋਕਾਂ ਦਾ ਲਿਟਰਲੀ ਰਾਜ ਹੈ, ਉੱਥੇ ਲੋਕ ਖੁਸ਼ ਹੈ। ਸੜਕਾਂ ਚਾਹੇ ਪਤਲੀਆਂ ਹੋਣ, ਛੋਟੀਆਂ ਹੋਣ। ਜਿੱਦਾਂ ਕਹਿੰਦੇ ਨਾ ਕਿ ਅੱਜ ਕੱਲ ਸਿੱਖ ਕੱਚੇ ਤੇ ਗੁਰਦੁਆਰੇ ਪੱਕੇ, ਕਦੀ ਸੀ ਕਿ ਸਿੱਖ ਪੱਕੇ ਤੇ ਗੁਰਦੁਆਰੇ ਕੱਚੇ। ਤੇ ਗੁਰਦੁਆਰੇ ਤੇ ਮਾਰਬਲ ਨਾਲ ਧਰਮ ਨਹੀਂ ਬਚਦਾ, ਧਰਮ ਬਚਦਾ ਬੰਦਿਆਂ ਤੇ। ਔਰ ਇਦਾਂ ਹੀ ਪ੍ਰਧਾਨ ਮੰਤਰੀ ਨੂੰ ਸਮਝ ਹੋਣਾ ਚਾਹੀਦਾ, ਕਿਸੇ ਵੀ ਸਾਡੇ ਲੀਡਰਾਂ ਨੂੰ ਸਮਝ ਹੋਣਾ ਚਾਹੀਦਾ ਕਿ ਦੇਸ਼ ਬੰਦਿਆਂ ਨਾਲ ਬਚਦਾ। ਬੱਚਿਆਂ ਆਪਣੇ ਸਿਟੀਜ਼ਨ ਕਿੰਨੇ ਪੜ੍ਹੇ ਲਿਖੇ ਆ, ਉਹਨਾਂ ਦੇਸ਼ ਬਣਦਾ ਜੀ। ਉਹਨਾਂ ਦੀ ਜਿਹੜੀ ਸਿਹਤ ਹੈ ਕਿੰਨੀ ਚੰਗੀ ਹੈ, ਉਹਨਾਂ ਨਾਲ ਦੇਸ਼ ਬਣਦਾ। ਉਹ ਕਿੰਨੇ ਖੁਸ਼ ਹੈ, ਉਹਨਾਂ ਨਾਲ ਦੇਸ਼ ਬਣਦਾ। ਬੱਚੇ ਤੁਹਾਡੇ ਫੁੱਟਬਾਲ ਮੈਦਾਨਾਂ 'ਚ ਖੇਲ ਰਹੇ ਆ ਜਾਂ ਨਸ਼ੇ ਕਰ ਰਹੇ, ਉਹਨਾਂ ਨਾਲ ਦੇਸ਼ ਬਣਦਾ। ਉਹ ਸ਼ਾਮ ਨੂੰ ਕਿੱਥੇ ਜਾਂਦੇ, ਉਹਨਾਂ ਦੀ ਗਰਾਊਂਡਾਂ ਹੈ ਕਿ ਨਹੀਂ, ਉਹਨਾਂ ਨਾਲ ਦੇਸ਼ ਬਣਦਾ। ਬਿਲਕੁਲ ਨਾ ਕਿ ਇਹੋ ਜਿਹੀਆਂ ਗੱਲਾਂ ਕਰਨ ਨਾਲ। ਤੇ ਜਿੱਥੇ ਯੂਥ ਕਲੱਬ ਹੈ ਨਹੀਂ, ਤੇ ਸਪੋਰਟਸ ਕਲੱਬ ਹੈ ਨਹੀਂ, ਜਿੱਥੇ ਬੱਚਿਆਂ ਕੋਲ ਉਨੀ ਛੋਟੀ ਜਿਹੀ ਕੁਛ ਹਾਲੀ ਨਹੀਂ ਕਿ ਇੱਕ ਹਾਕੀ ਖੇਡ ਕੇ ਖੇਲ ਨਾ ਸਕਣ, ਆਪਣੀ ਊਰਜਾ ਨੂੰ ਉੱਥੇ ਲਾ ਨਾ ਸਕਣ, ਤਾਂ ਫਿਰ ਕੀ ਕਰਨਗੇ? ਕੁੜੀਆਂ ਛੇੜਨਗੇ, ਉਹ ਡਰੱਗ ਖਾਣਗੇ, ਉਹ ਲੋਕਾਂ ਨਾਲ ਲੜਨਗੇ, ਮਰਨਗੇ। ਚਾਹੇ ਗਿਫੇ ਗੈਂਗਸਟਰ ਵੀ ਬਣਦੇ ਨੇ। ਔਰ ਗੈਂਗਸਟਰ ਤਾਂ ਬੜਾ ਸਿੱਧਾ ਪਾਪ ਆਪਣੇ ਅੱਖਾਂ ਸਾਹਮਣੇ ਦੇਖਿਆ, ਕਿੱਦਾਂ ਛੋਟੇ ਛੋਟੇ ਲੀਡਰਾਂ ਨੇ ਛੋਟੇ ਛੋਟੇ ਗੁੰਡਿਆਂ ਨੂੰ ਹਥਿਆਰ ਦੇ ਕੇ, ਪ੍ਰੋਟੈਕਸ਼ਨ ਦੇ ਕੇ ਗੈਂਗਸਟਰ ਬਣਾਏ। ਪੰਜਾਬ ਵਿੱਚ ਆਪਾਂ ਆਪ ਦੇਖਿਆ, ਇਹ ਜਿਹੜੇ ਪਿਛਲੇ 30 ਸਾਲ ਤੋਂ ਬਣਿਆ ਗੈਂਗਸਟਰ, ਇੱਕ ਇੱਕ ਗੈਂਗਸਟਰ ਦੀ ਕਹਾਣੀ ਸਾਨੂੰ ਪਤਾ ਕਿਵੇਂ ਬਣਿਆ। ਛੋਟਾ ਜਿਹਾ ਕਾਲਜ ਲੈਵਲ ਦਾ ਜਿਹੜਾ ਗੁੰਡਾ, ਉਹਨੂੰ ਕਿਸੇ ਵੀ ਪੋਲੀਟੀਸ਼ੀਅਨ ਬਣ ਕੇ ਜੁੜ ਗਿਆ, ਔਰ ਹਰ ਪੋਲੀਟੀਸ਼ੀਅਨ ਆਪਣੇ ਰੱਖੇ ਹੋਏ, ਉਹਨਾਂ ਨੂੰ ਹੁਣ ਉਹ ਗੈਂਗਸਟਰ ਦਾ ਸ਼ਬਦ ਆ ਗਿਆ। ਪਹਿਲੇ ਛੋਟੇ ਲੈਵਲ ਤੇ ਗੁੰਡਾਗਰਦੀ ਹੁੰਦੇ ਸੀ, ਉਸ ਤੋਂ ਪਹਿਲਾਂ ਤੁਸੀਂ ਕੁਝ ਹੋਰ ਕਹਿ ਲਓ। ਮਗਰ ਇਹ ਵਾਕਿਆ ਹੀ ਤੁਹਾਡੀ ਪੋਲਿਟਿਕਸ ਦੀ ਉਪਜ ਹੈ। ਔਰ ਉਹਦਾ ਕੀਮਤ ਕੌਣ ਦੇ ਰਿਹਾ? ਉਹ ਆਮ ਜਨਤਾ ਦੇ, ਉਹ ਅਸੀਂ ਦੇ। ਐਗਜ਼ੈਕਟਲੀ ਸਰ, ਇੱਕ ਚੀਜ਼ ਹੋਰ ਅਸੀਂ ਅੱਤਵਾਦੀ ਟੈਰਰਿਜ਼ਮ ਦੀ ਇੰਟਰਨੈਸ਼ਨਲ ਲੈਵਲ ਤੇ ਪਰਿਭਾਸ਼ਾ ਕੀ ਨਿਰਧਾਰਿਤ ਕੀਤੀ ਹੈ ਸਿਆਣੇ ਲੋਕਾਂ, ਤਾਂ ਕਿ ਫਿਰ ਆਪਾਂ ਅਗਲੀ ਗੱਲ ਸ਼ੁਰੂ ਕਰ ਲਈਏ। ਇੰਟਰਨੈਸ਼ਨਲ ਪੋਲਿਟਿਕਸ ਜਿਹੜੀ ਦੇਸ਼ਾਂ ਦੀ, ਉਹ ਸਾਡੇ ਵਰਗੀ ਹੈ। ਉੱਥੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਛੋਟੇ ਦੇਸ਼ ਨੂੰ, ਗਰੀਬ ਦੇਸ਼ ਨੂੰ ਚਲਾਕੇ ਨਾਲ ਲੁੱਟਿਆ ਜਾਂਦਾ। ਉਹ ਵੀ ਬੜੀ ਦੇਰ ਤੱਕ ਜਿਹੜੀ ਜਿੰਦੇ ਆਪਣੇ ਲਈ ਤਾਂ ਜਿੱਥੇ ਮਰਜ਼ੀ ਹਮਲਾ ਕਰਦੇ ਨੇ। ਤੁਸੀਂ ਯੂਐਸਏ ਦੀ ਐਗਜ਼ਾਮਪਲ ਦੇਖ ਸਕਦੇ ਹੋ। ਉਹਨੂੰ ਕੋਈ ਟੈਰਰ ਨਹੀਂ ਕਹਿੰਦੇ। ਜਿਹੜਾ ਦੇਸ਼ ਬਰਬਾਦ ਕਰਦੇ, 15 ਲੱਖ ਬੰਦੇ ਤੁਸੀਂ ਇਰਾਕ ਵਿੱਚ ਮਾਰਦੇ, ਉਹ ਟੈਰਰ ਨਹੀਂ ਹੈ। ਉਹ ਜਿਹੜੇ 4 ਬੰਦੇ ਇਰਾਕੀ ਹਥਿਆਰ ਚੁੱਕ ਲੈਂਦੇ ਨੇ, ਉਹ ਟੈਰਰਿਸਟ। ਓਕੇ। ਤੇ ਯੂਐਨ ਦੇ ਵਿੱਚ ਬਿਲਕੁਲ ਬੰਦਿਆਂ ਨੂੰ ਟੈਰਰਿਸਟ ਕਹਿੰਦਾ। ਉਹਨਾਂ ਨੇ ਹੱਕ ਹੈ ਕਿ ਅਸੀਂ ਦੱਸਾਂਗੇ ਕਿਹੜਾ ਟੈਰਰਿਸਟ ਹੈ। ਫਿਰ ਸਾਨੂੰ ਤਾਕਤ ਹੈ ਕਿ ਅਸੀਂ ਕਿਸੇ ਮੁਲਕ ਵਿੱਚ, ਦੁਨੀਆ ਵਿੱਚ ਕਿਸੇ ਵੀ ਮੁਲਕ ਦੇ ਕਿਸੇ ਬੰਦੇ ਨੂੰ ਜਿਹਨੂੰ ਕਹਿਤਾ ਕਿ ਉਹ ਟੈਰਰਿਸਟ ਹੈ, ਉਹਨੂੰ ਮਾਰ ਵੀ ਸਕਦੇ ਹਾਂ ਡਰੋਨਸ ਨਾਲ। ਉਹਨੂੰ ਪਤਾ ਵੀ ਨਹੀਂ ਲੱਗੂਗਾ ਕਿ ਉੱਪਰੋਂ ਕੋ ਆਕਾਸ਼ ਤੋਂ ਗੋਲੀ ਆਊਗੀ, ਉਹਨੂੰ ਮਾਰ ਜਾਊਗੀ। ਜਦੋਂ ਦੇਸ਼ ਦੇ ਤਾਕਤਵਰ ਮੁਲਕ ਆਪਣਾ ਇੰਨਾ ਹੱਕ ਸਮਝਦੇ ਆ, ਤੇ ਇਹ ਫਿਰ ਇਨਸਾਫ ਕੀ ਹੈ? ਫਿਰ ਤਾਂ ਆਤੰਕਵਾਦੀ ਤਾਂ ਉਹ ਹੋਏ ਨਾ ਜਿਹਨਾਂ ਕੋਲ ਸਾਰੇ ਸਾਧਨ ਹੈ। ਫਿਰ ਆਮ ਬੰਦਾ ਕਿੱਦਾਂ ਆਤੰਕਵਾਦੀ ਬਣ ਸਕਦਾ? ਜਿੱਥੇ ਕੋਈ ਇੰਨੇ ਵੱਡੇ ਸਾਧਨ ਹੈ ਜਿਹੜੇ ਸਾਰੀ ਦੁਨੀਆ ਤੇ ਅੱਖ ਰੱਖ ਸਕਦੇ ਆ, ਕਿਸੇ ਨੂੰ ਮਾਰ ਸਕਦੇ ਆ। ਤਾਂ ਟੈਰਰ ਤਾਂ ਉਹ ਹੋਇਆ ਨਾ ਜਿਹੜਾ ਟੈਰਰ ਨਾਲ ਆਪਣਾ ਰਾਜ ਚਲਾ ਰਿਹਾ ਹੋਵੇ। ਇੱਕ ਬੰਦਾ ਪ੍ਰੋਟੈਸਟ ਵੀ ਟੈਰਰ ਕਰਦਾ, ਉਹ ਕਦਾ ਟੈਰਰਿਸਟ? ਉਹ ਤਾਂ ਛੋਟਾ ਮੋਟਾ ਕੋਈ ਬੰਦਾ ਕਿਸੇ ਵੇਲੇ ਵੀ ਸਟ੍ਰੈਸ ਨਾਲ ਬ੍ਰੇਕਡਾਊਨ ਹੋ ਜਾਂਦਾ, ਦੁੱਖ ਨਾਲ ਬ੍ਰੇਕਡਾਊਨ ਹੋ ਜਾਂਦਾ, ਗਰੀਬੀ ਨਾਲ ਬ੍ਰੇਕਡਾਊਨ ਹੋ ਜਾਂਦਾ। ਉਹ ਅਲਟੀਮੇਟਲੀ ਬ੍ਰੇਕਡਾਊਨ ਦੇ ਵਿੱਚ, ਗੁੱਸੇ ਵਿੱਚ, ਆਈਡਲਿਜ਼ਮ ਵਿੱਚ, ਜਵਾਨੀ ਦੇ ਵਿੱਚ ਜੇ ਚੁੱਕੀ ਲਵੇ ਹਥਿਆਰ, ਤਾਂ ਉਹ ਤਾਂ ਸਮਾਜ ਲਈ ਚੰਗਾ ਹੁੰਦਾ ਕਿ ਇਦਾਂ ਦੇ ਬੰਦੇ ਪੈਦਾ ਹੁੰਦੇ ਜਿਹਨਾਂ ਨੂੰ ਗੁੱਸਾ ਹੁੰਦਾ, ਜਿਹਨੂੰ ਚਾਹੁੰਦੇ ਇਨਸਾਫ ਲਈ ਅਸੀਂ ਮਰਨ ਲਈ ਤਿਆਰ। ਉਹਨਾਂ ਨੂੰ ਆਪਾਂ ਟੈਰਰਿਸਟ ਕਹਿਣ ਲੱਗ ਪਈਏ,
ਤਾਂ ਦੇਸ਼ ਦਾ ਬੜਾ ਜ਼ਿਆਦਾ ਬਦਕਿਸਮਤੀ। ਤਾਂ ਉਹਨਾਂ ਨੂੰ ਜੇ ਤੁਸੀਂ ਮਜਬੂਰਨ ਮਾਰ ਦਿਓ, ਪੰਜਾਬ ਵਿੱਚ ਤਾਂ ਆਪਾਂ ਦੇਖਿਆ ਕਿਤੇ ਝੂਠੇ ਮੁਕਾਬਲੇ ਕਿਤੇ ਸਭ ਤੋਂ ਚੰਗੇ ਬੰਦਿਆਂ ਨੂੰ ਅਸੀਂ ਉਹਨਾਂ ਨੂੰ ਝੂਠੇ ਟੈਰਰਿਸਟ ਕਹਿ ਲਓ, ਖਾਲਿਸਤਾਨੀ ਕਹਿ ਕੇ ਮਾਰ ਦਿੱਤਾ ਗਿਆ। ਔਰ ਇਸੇ ਕਰਕੇ ਪੰਜਾਬ ਦੀ ਹੁਣ ਜੋ ਲੀਡਰਸ਼ਿਪ ਦੀ ਕਮੀ ਵੀ ਆ ਰਹੀ ਹੈ ਕਿ ਸਭ ਤੋਂ ਘੱਟ ਕਰੈਕਟਰ ਵਾਲੇ ਬੰਦੇ ਪੋਲਿਟਿਕਸ ਵਿੱਚ ਜਾ ਰਹੇ ਨੇ, ਐਮਐਲਏ ਬਣ ਰਹੇ ਨੇ। ਸਾਡੇ ਕੋਲ ਪਿੰਡਾਂ ਦੇ ਬੰਦੇ ਨਹੀਂ ਬਚੇ। ਪਹਿਲਾਂ ਨਕਸਲਵਾੜੀ ਦੇ ਨਾਮ ਤੇ ਮਾਰੇ ਗਏ, ਫਿਰ ਖਾਲਿਸਤਾਨ ਦੇ ਨਾਮ ਤੇ ਮਾਰੇ ਗਏ, ਫਿਰ ਗੈਂਗਸਟਰ ਦੇ ਨਾਮ ਤੇ ਮਾਰੇ ਗਏ। ਬੱਚੇ ਪੈਦਾ ਕਿੱਥੋਂ ਹੁੰਦੇ ਆ? ਉੱਥੇ ਹੀ ਹੁੰਦੇ ਨਾ। ਉਹਨਾਂ ਚੋਂ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਬਚਾਉਣਾ, ਹਰ ਸਮਾਜ ਜਿਹੜਾ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਬਚਾਉਂਦਾ ਉਹ ਸਮਾਜ ਅੱਗੇ ਵੱਧਦਾ। ਤੁਸੀਂ ਆਪਣੇ ਬੱਚਿਆਂ ਨੂੰ ਮਰਵਾਈ ਦੋਗੇ ਤਾਂ ਕੋਈ ਸਮਾਜ ਨਹੀਂ ਅੱਗੇ ਵੱਧਦਾ, ਕੋਈ ਸਮਾਜ ਬਚ ਨਹੀਂ ਸਕਦਾ। ਹਰ ਜਨਰੇਸ਼ਨ ਵਿੱਚ ਕੁਛ ਹੀ ਬੰਦੇ ਹੁੰਦੇ ਆ ਜਿਹੜੇ ਲੀਡਰ ਬਣ ਸਕਦੇ ਆ, ਕੁਛ ਹੀ ਬੰਦੇ ਹੁੰਦੇ ਜਿਹਨਾਂ 'ਚ ਅੱਗ ਲੱਗੀ ਹੁੰਦੀ ਹੈ ਭਗਤ ਸਿੰਘ, ਕੁਛ ਬੰਦੇ ਹੁੰਦੇ ਜਿਹੜੇ ਇਮਾਨਦਾਰੀ ਲਈ ਆਪਣੀ ਜਾਨ ਦੇ ਦਿੰਦੇ ਆ। ਉਹਨਾਂ ਨੂੰ ਬਚਾਉਣਾ ਸਾਡਾ ਸਮਾਜ ਦਾ ਫਰਜ਼ ਹੈ, ਜੇ ਚਾਹੁੰਦੇ ਆ ਕਿ ਆਪਣੇ ਮੁਲਕ ਨੂੰ, ਆਪਣੀ ਜ਼ਮੀਨ ਨੂੰ, ਆਪਣੇ ਪਿੰਡ ਨੂੰ ਬਚਾਉਣਾ। ਸਰ, ਜਦੋਂ ਆਪਾਂ ਗੱਲ ਕਰਦੇ ਹਾਂ ਅੱਤਵਾਦ ਦੀ ਜਾਂ ਕਿਸੇ ਨੂੰ ਅੱਤਵਾਦੀ ਡਿਕਲੇਅਰ ਕਰਨਾ, ਉੱਥੇ ਫਿਰ ਸਿਸਟਮ ਹੁੰਦਾ ਵੀ ਅੱਤਵਾਦੀ ਡਿਕਲੇਅਰ ਕੌਣ ਕਰਦਾ? ਅਦਾਲਤਾਂ ਕਰਦੇ ਨੇ ਜਾਂ ਸਰਕਾਰ ਕਰਦੀ ਹੈ? ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਗੱਲ ਥੋੜੇ ਚਿਰ ਪਹਿਲਾਂ ਦੀ ਗੱਲ ਦੱਸਦਾ। ਮੈਂ ਕਿਸੇ ਇੰਡੀਆ ਤੋਂ ਬਾਹਰ ਸੀ, ਕਿਸੇ ਦੇਸ਼ ਦੇ ਵਿੱਚ, ਤਾਂ ਉਦੋਂ ਨਿਰਭਇਆ ਕਾਂਡ ਦਾ ਬੜਾ ਰੌਲਾ ਚੱਲਦਾ ਸੀ, ਉਹਨੂੰ ਫਾਂਸੀ ਹੋਊਗੀ ਜਾਂ ਕੀ ਹੋਊਗਾ, ਜਜਮੈਂਟ ਆਉਣ ਵਾਲੀ ਸੀ। ਤਾਂ ਮੇਰੀ ਕਿਸੇ ਵਕੀਲ ਨਾਲ, ਬਾਹਰਲੇ ਵਕੀਲ ਨਾਲ ਗੱਲ, ਉਦੋਂ ਮੈਂ ਵੀ ਇਮੋਸ਼ਨਲ ਸੀ ਵੀ ਇਹੋ ਜਿਹੇ ਬੰਦਿਆਂ ਨੂੰ ਫਾਂਸੀ ਦੇਣੀ ਚਾਹੀਦੀ। ਜਦੋਂ ਉਸ ਬੰਦੇ ਨੇ ਜੱਜ ਦੇਖਿਆ ਸਾਰਾ ਕੁਝ ਸਿਸਟਮ, ਉਹਨੇ ਕਿਹਾ ਵੀ ਕਾਨੂੰਨ ਦੇ ਵਿੱਚ ਤੁਹਾਡੇ ਇਸ ਕੇਸ ਦੇ ਵਿੱਚ ਫਾਂਸੀ ਨਹੀਂ ਹੈਗੀ, ਤਾਂ ਸੁਪਰੀਮ ਕੋਰਟ ਫਾਂਸੀ ਨਹੀਂ ਦੇ ਸਕਦਾ। ਹਾਲਾਂਕਿ ਸਾਡੇ ਲੋਕਾਂ ਨੇ ਸੁਪਰੀਮ ਕੋਰਟ ਦੇ ਪ੍ਰਤੀ ਗੁੱਸਾ ਵੀ ਜ਼ਾਹਰ ਕੀਤਾ ਵੀ ਜੱਜਾਂ ਨੇ ਫਾਂਸੀ ਕਿਉਂ ਨਹੀਂ ਦਿੱਤੀ। ਹੁਣ ਇੱਥੇ ਇੱਕ ਤਰੀਕੇ ਨਾਲ ਲੱਗਦਾ ਵੀ ਕੋਰਟ ਦੇ ਵੀ ਹੱਥ ਬੰਨੇ ਹੋਏ ਆ, ਲੇਕਿਨ ਬਹੁਤ ਸਾਰੇ ਥਾਵਾਂ ਤੇ ਸੁਪਰੀਮ ਕੋਰਟ ਵੀ ਕੰਡੈਮ ਕਰਦੀ ਹੈ ਸਰਕਾਰ ਨੂੰ ਵੀ ਤੁਸੀਂ ਏਦਾਂ ਨਹੀਂ ਕਰਦੇ, ਇਹ ਨਹੀਂ ਕਰਦੇ, ਉਹ ਨਹੀਂ ਕਰਦੇ। ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਅਸੀਂ ਐਗਜ਼ਾਮਪਲਾਂ ਦੇ ਸਕਦੇ ਹਾਂ। ਲੇਕਿਨ ਜਦੋਂ ਅੱਤਵਾਦ ਦੀ ਗੱਲ ਆਉਂਦੀ, ਟੈਰਰਿਜ਼ਮ ਦੀ ਗੱਲ ਆਉਂਦੀ, ਜਿਹੜੇ ਸੋਸ਼ਲ ਵਰਕਰ ਨੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਫੜ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਜਾਂਦਾ ਆ, ਤਾਂ ਉਦੋਂ ਕੋਰਟਾਂ ਕਿੱਥੇ ਜਾਂਦੇ ਨੇ? ਉਦੋਂ ਕੋਰਟਾਂ ਕਿਸ ਕਾਨੂੰਨ ਦੇ ਤਹਿਤ ਉਹਨਾਂ ਇੱਕ ਐਕਟੀਵਿਸਟਾਂ ਨੂੰ, ਜਿਹੜੇ ਬੰਦੇ ਐਕਟੀਵਿਟੀ ਕਰ ਰਹੇ ਨੇ, ਕਾਨੂੰਨ ਦੇ ਤਹਿਤ ਐਕਟੀਵਿਟੀਆਂ ਕਰ ਰਹੇ, ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਲੈਂਦੀਆਂ। ਜਿਹੜੇ ਖੁੱਲ੍ਹੇਆਮ ਬਦਮਾਸ਼ ਘੁੰਮਦੇ ਨੇ, ਇਹਨਾਂ ਨੂੰ ਕੋਰਟਾਂ ਕੁਛ ਵੀ ਨਹੀਂ ਕਹਿੰਦੀਆਂ। ਹੁਣ ਇੱਥੇ ਸਰਕਾਰ ਦੀ ਗਲਤੀ ਹੈ ਜਾਂ ਕੋਰਟਾਂ ਦੀ ਗਲਤੀ, ਜਾਂ ਦੋਨਾਂ ਦੀ ਗਲਤੀ ਹੈ? ਦੇਖੋ, ਨਿਰਭੈ ਜਿਹੜਾ ਕਾਂਡ ਵਿੱਚ ਨਾ, ਇੱਕ ਤਾਂ ਕਾਨੂੰਨ ਬਦਲਿਆ ਸੀ, ਪਲੱਸ ਫਾਂਸੀ ਵੀ ਹੋਈ ਸੀ। ਇੱਕ ਬੰਦੇ ਨੂੰ ਫਾਂਸੀ ਨਹੀਂ ਹੋਈ, ਜਿਹਨੇ ਕਿ ਸਭ ਤੋਂ ਜ਼ਿਆਦਾ ਅਤਿਆਚਾਰ ਕੀਤਾ ਸੀ, ਕਿਉਂਕਿ ਉਹ 18 ਸਾਲ ਤੋਂ ਛੋਟਾ ਸੀ। ਜੀ, ਜਦੋਂ ਪਹਿਲਾਂ ਕਾਨੂੰਨ ਹੈ ਹੀ ਨਹੀਂ ਸੀ ਫਾਂਸੀ ਦੇਣ ਦਾ, ਉਦੋਂ ਦੀ ਮੈਂ ਗੱਲ ਕਰ ਰਿਹਾ। ਨਹੀਂ ਕਰਨਾ, ਫਾਂਸੀ ਦੇਣ ਦਾ ਕਾਨੂੰਨ ਤਾਂ ਹਮੇਸ਼ਾ ਸੀ, ਕਿਉਂਕਿ ਉਹ ਤਾਂ ਮਰਡਰ ਸੀ ਨਾ। ਕੱਲੇ ਬਲਾਤਕਾਰ ਲਈ ਫਾਂਸੀ ਤਾਂ ਹਲੇ ਵੀ ਨਹੀਂ ਹੈਗੀ। ਕੱਲੇ ਬਲਾਤਕਾਰ ਨਹੀਂ ਹੈ ਫਾਂਸੀ, ਉਹਦੀ ਉਮਰ ਕੈਦ ਹੋ ਸਕਦੀ ਹੈ। ਬਟ ਜਿਹੜਾ ਮਰਡਰ ਤਾਂ ਉਦੋਂ ਵੀ ਹਮੇਸ਼ਾ ਹਿੰਦੁਸਤਾਨ ਦੇ ਵਿੱਚ ਰਹੀ ਹੈ ਫਾਂਸੀ ਦੀ ਸਜ਼ਾ। ਮਗਰ ਉਹਦੇ 'ਚ ਗੁੱਸਾ ਲੋਕਾਂ ਨੂੰ ਇਹ ਸੀ ਕਿ ਜਿਹੜਾ 18 ਸਾਲ ਤੋਂ ਛੋਟਾ ਮੁੰਡਾ ਸੀ, ਜਿਹਨੇ ਕਿ ਪ੍ਰੋਬਬਲੀ ਸਭ ਤੋਂ ਜ਼ਿਆਦਾ ਤਰੀਕੇ ਨਾਲ ਬਲਾਤਕਾਰ ਵੀ ਕੀਤਾ, ਤੰਗ ਵੀ ਕੀਤਾ, ਮਾਰਿਆ ਵੀ, ਉਹਨੂੰ ਫਾਂਸੀ ਕਿਉਂ ਨਹੀਂ ਹੋਈ? ਉਹ 3 ਸਾਲ ਬਾਅਦ ਕਿਵੇਂ ਛੁੱਟ ਗਿਆ? ਕਿਉਂਕਿ ਉਹ ਕਾਨੂੰਨ ਹੈ ਕਿ ਜੇ ਮਾਈਨਰ ਹੈ ਤੇ ਮਾਈਨਰ ਨੂੰ ਕਿਉਂਕਿ ਨਾ ਸਮਝ ਹੁੰਦਾ ਹੈ, ਔਰ ਵੱਡਿਆਂ ਦੇ ਔਰ ਦੂਜਿਆਂ ਨਾਲ ਕੰਪਨੀ ਨਾਲ ਕਰਕੇ ਉਹ ਕ੍ਰਿਮੀਨਲ ਬਣ ਸਕਦਾ ਹੈ। ਇਹ ਗੱਲ ਤਾਂ ਬਾਹਰੋਂ ਆਈ ਹੈ, ਬਾਹਰਲੇ ਕਾਨੂੰਨਾਂ ਦੀ ਵੈਸਟੀਨੇਸ਼ਨ ਤੋਂ ਆਈ ਹੈ ਕਿ ਮਾਈਨਰ, ਜਾਂ ਜਿੱਦਾਂ ਹੁਣ ਆਪਾਂ ਕਹਿੰਦੇ 7-8 ਸਾਲ ਦਾ ਬੱਚਾ ਕੀ ਕ੍ਰਾਈਮ ਕਰ ਸਕਦਾ? ਉਹ ਤਾਂ ਬੱਚਾ ਕਿਸੇ ਦੇ ਮਗਰ ਹੀ ਲੱਗ ਸਕਦਾ। ਇਸ ਤਰ੍ਹਾਂ 16-17 ਸਾਲ ਦਾ ਬੱਚਾ ਵੀ। ਮਗਰ ਹੁਣ ਜਿਹੜੀ ਇਨਫੋਰਮੇਸ਼ਨ ਏਜ ਆ ਰਹੀ ਹੈ, ਉੱਥੇ ਬੰਦੇ ਜਲਦੀ ਮੈਚੁਰ ਹੋ ਰਹੇ, ਕੁੜੀਆਂ ਵੀ ਜਲਦੀ ਮੈਚੁਰ ਹੋ ਰਹੀ। ਉੱਥੇ ਗੈਂਗਸਟਰਾਂ ਨੇ ਇਸਤੇਮਾਲ ਸ਼ੁਰੂ ਕਰਤੇ, ਬੱਚਿਆਂ ਨੂੰ ਇਸਤੇਮਾਲ ਕਰਨਾ ਸ਼ੁਰੂ ਕਰਤਾ ਕਿ ਇਹਨਾਂ ਤੋਂ ਮਰਡਰ ਕਰਾਓ ਤੇ 3 ਸਾਲ ਬਾਅਦ ਬਾਹਰ ਆ ਜਾਂਦੇ। ਇਸ ਲਈ ਫਿਰ ਕਾਨੂੰਨ ਫਿਰ ਬਦਲਿਆ ਕਿ ਹੁਣ ਤੁਸੀਂ 16 ਸਾਲ ਤੱਕ ਤਾਂ ਕਹਿ ਸਕਦੇ ਉਹਨੂੰ ਦੇਣਾ, ਪਰ 16 ਤੋਂ 18 ਵਿੱਚ ਜੱਜ ਡਿਸਾਈਡ ਕਰਦਾ ਕਿ ਕਿੰਨਾ ਕੁ ਮੈਚੁਰ ਹੈ। ਜੇ ਉਹ ਉਨਾ ਮੈਚੁਰ ਹੈ ਜਿੰਨਾ ਦੂਜਾ ਮੈਚੁਰ ਬੰਦਾ ਹੈ, ਤਾਂ ਫਿਰ ਉਹਨੂੰ ਅਡਲਟ ਮੰਗਰ ਟਰਾਈ ਕਰਕੇ 19 ਸਜ਼ਾ ਦਿੱਤੀ ਜਾ ਸਕਦੀ ਹੈ। ਸੋ ਇਸ ਕਰਕੇ ਮਗਰ ਇਹ ਤਾਂ ਜਿਹੜੀ ਇਨਕੁਐਲਿਟੀ ਜਿਹੜੀ ਬਿਟਵੀਨ ਦਾ ਹਕੂਮਤ ਤੇ ਬਾਕੀ ਜਿਹੜੀ ਆਮ ਸਿਟੀਜ਼ਨ ਦੇ ਵਿੱਚ ਹੈ, ਉਹ ਜਿੰਨੀ ਘੱਟ ਹੋਵੇ, ਘੱਟ ਕਿੱਦਾਂ ਹੁੰਦੀ? ਜੇ ਤੁਸੀਂ ਹਕੂਮਤ ਜਾਂ ਰਾਜ ਬਿਨਾਂ ਫੋਰਸ ਤੋਂ ਚਲਾਓ, ਬਿਨਾਂ ਪੁਲਿਸ ਤੇ ਡਿਪੈਂਡੈਂਸ ਤੇ ਚਲਾਓ, ਤੁਸੀਂ ਇੰਨੇ ਨਰਮੀ ਨਾਲ ਸਭ ਨੂੰ ਸੁਣ ਕੇ ਚਲਾਓ, ਉਨਾ ਹੀ ਸਿਟੀਜ਼ਨ ਵੱਲੋਂ ਜਿਹੜਾ ਹਿੰਸਾ ਘੱਟ ਹੁੰਦੀ ਹੈ। ਜਿੰਨਾ ਰਾਜ ਹਿੰਸਾਤਮਕ ਹੋਏਗਾ, ਆਜ਼ਾਦੀ ਰਹਿਤ ਹੋਏਗਾ, ਫੋਰਸਫੁਲ ਹੋਏਗਾ, ਡਿਕਟੋਰੀਅਲ ਹੋਏਗਾ, ਉਹਨਾਂ ਫਿਰ ਇੰਡੀਵਿਜੂਅਲ ਸਿਟੀਜ਼ਨ ਵੀ ਪ੍ਰੋਟੈਸਟ ਕਰਦਾ, ਉਹ ਵੀ ਅਲਟੀਮੇਟਲੀ ਆਰਮ ਚੁੱਕ ਲੈਂਦਾ। ਸੋ ਜਿਹੜੀਆਂ ਸਿਵਲਾਈਜੇਸ਼ਨ ਤਾਂ ਡਿਪੈਂਡ ਹੀ ਕਰਦੀ, ਦੋਨੋਂ ਕਾਊਂਟਰ ਰਿਐਕਸ਼ਨ ਹੈ। ਐਕਸ਼ਨ ਕਾਊਂਟਰ ਰਿਐਕਸ਼ਨ ਹੁੰਦਾ ਹੈ। ਤੁਸੀਂ ਸਿਟੀਜ਼ਨ ਰਿਬੈਲ ਕਰੋ ਤਾਂ ਉਧਰੋਂ ਉਹ ਫੋਰਸ ਯੂਜ਼ ਕਰਦੇ ਹੈ। ਬਟ ਜਿਹੜੀ ਸਮਾਜ ਵਿੱਚ ਸਟਰਕਚਰਲ ਵਾਇਲੈਂਸ ਹੈ, ਕੁਝ ਵਾਇਲੈਂਸ ਸਮਾਜ ਵਿੱਚ ਨਾ ਇਨਬਿਲਟ ਹੈ। ਜਿੱਦਾਂ ਹੁਣ ਆਪਾਂ ਕਾਸਟ ਸਿਸਟਮ ਕਹਿ ਰਹੇ ਨੇ, ਇਹਦੇ ਵਿੱਚ ਇਨਬਿਲਟ ਡਿਸਕ੍ਰਿਮੀਨੇਸ਼ਨ,
ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰ ਲਓ, ਜਿੰਨਾ ਮਰਜ਼ੀ ਸੋਹਣੇ ਕਾਨੂੰਨ ਬਣਾ ਲਓ, ਜਿੰਨਾ ਮਰਜ਼ੀ ਕਰ ਲਓ, ਉਹ ਫੈਕਟਰ ਜਾਂਦਾ ਨਹੀਂ। ਤਾਂ ਜਿਹੜੀ ਉਹ ਇਨਬਿਲਟ ਬਾਇਸ ਹੈ ਉਹਨੂੰ ਕਾਊਂਟਰ ਕਰਨ ਲਈ ਆਪਾਂ ਸਪੈਸ਼ਲ ਕਾਨੂੰਨ ਬਣਾਏ। ਇਸ ਲਈ ਜੇ ਸਰਕਾਰ ਹਰ ਚੀਜ਼ ਨੂੰ ਪੁਲਿਸ ਦੇ ਸਹਾਰੇ ਖਤਮ ਕਰਨਾ ਚਾਹੁੰਦੀ, ਉਹਨਾਂ ਨੇ ਕਿਸਾਨ ਅੰਦੋਲਨ ਵੀ ਖਤਮ ਕਰਨਾ ਚਾਹਿਆ। ਹੁਣ ਸਾਡੀ ਛੋਟੀ ਜਿਹੀ ਪ੍ਰੋਟੈਸਟ ਹਮੇਸ਼ਾ ਲਾਠੀਆਂ ਪੈਣ ਲੱਗ ਪੈਣ ਤਾਂ ਲੋਕੀ ਇਹ ਛੱਡ ਦੇਣਗੇ ਪ੍ਰੋਟੈਸਟ, ਉਹ ਲੈਣਗੇ ਜਿੱਦਾਂ ਹੁਣ ਛੱਤੀਸਗੜ੍ਹ ਵਿੱਚ ਲੋਕਾਂ ਨੇ ਬੰਦੂਕਾਂ ਚੁੱਕ ਲਈ। ਸੋ ਜਿਹੜੀ ਲੋਕਤੰਤਰ ਦਾ ਤਾਂ ਮਕਸਦ ਇਹ ਹੈ ਕਿ ਜੇ ਤੁਸੀਂ ਚਾਹੁੰਦੇ ਆ ਕਿ ਹਰ ਵਾਰੀ ਲੋਕਾਂ ਨੂੰ ਬਾਈ ਫੋਰਸ ਸਰਕਾਰ ਨਾ ਪਲਟਣੀ ਪਵੇ, ਤੁਸੀਂ ਉਹਨਾਂ ਨੂੰ ਪਲੇਟਫਾਰਮ ਦਿਓ, ਤੁਸੀਂ ਉਹਨਾਂ ਨੂੰ ਜਗ੍ਹਾ ਦਿੱਓ ਜਿੱਥੇ ਆਪਣੀ ਆਵਾਜ਼ ਦੱਸ ਸਕਣ। और फिर सरकार ਨੂੰ ਵੀ ਆਦਤ ਪਵੇ ਕਿ ਆਵਾਜ਼ ਸੁਣ ਕੇ ਹੀ ਬਦਲ ਜਾਓ, ਆਵਾਜ਼ ਸੁਣ ਕੇ ਆਪਣੀਆਂ ਪਾਲਿਸੀਆਂ ਬਦਲਣ, ਆਵਾਜ਼ ਸੁਣ ਕੇ ਹੀ ਦੇਸ਼ ਦੀ ਡਾਇਰੈਕਸ਼ਨ ਬਦਲਣ। ਜੇ ਤੁਸੀਂ ਇੰਨੇ ਲੋਕਾਂ ਦੀ, ਜੇ ਹੁਣ ਕਿਸਾਨਾਂ ਦੇ ਅੰਦੋਲਨ ਚ ਕਾਨੂੰਨ ਵਾਪਸ ਨਾ ਹੁੰਦੇ ਤਾਂ ਤੁਸੀਂ ਦੇਖ ਸਕਦੇ ਸੀ ਕਿੰਨੀ ਖਤਰਨਾਕ ਹਾਲਾਤ ਹੋ ਜਾਣੀ ਸੀ। ਜੇ ਸਾਰੇ ਦੇਸ਼ ਦੇ ਕਿਸਾਨ ਨੇ ਮੰਨਣ ਤਾਂ ਕਦ ਤੱਕ ਸਰਕਾਰ ਚੱਲਣੀ ਸੀ। ਜੇ ਸਰਕਾਰ ਨੇ ਗੋਲੀਆਂ ਚਲਾਉਣੀਆਂ ਸੀ ਤਾਂ ਫਿਰ ਕਿਸਾਨਾਂ ਨੇ ਵੀ ਲਾਠੀਆਂ ਫੜਨੀਆਂ ਸੀ। ਸੋ ਇਸ ਕਰਕੇ ਡੈਮੋਕ੍ਰੇਸੀ ਇਕੱਲੀ ਨਹੀਂ ਚੱਲਦੀ ਲੋਕਾਂ ਨਾਲ। ਇਹ ਜਿੱਦਾਂ ਤੁਸੀਂ ਬੰਦੇ ਇਲੈਕਟ ਕਰਦੇ ਹੋ, ਉਹਨਾਂ ਨੂੰ ਵੀ ਸਮਝ ਆਉਣੀ ਕਿ ਦੇਸ਼ ਕਦੀ ਗੋਲੀ ਔਰ ਲਾਠੀ ਨਾਲ ਜ਼ਿਆਦਾ ਦੇਰ ਤੱਕ ਨਹੀਂ ਚੱਲਦਾ, ਵੱਡੇ ਵੱਡੇ ਪਾਏ ਟੁੱਟ ਜਾਂਦੇ ਨੇ। तो ਇਸ ਕਰਕੇ ਜਿੰਨੇ ਪਿਆਰ ਮੁਹੱਬਤ ਨਾਲ, ਜਿੰਨੇ ਕਾਨੂੰਨ ਨਾਲ ਉਹ ਚਲਾਉਣਗੇ, ਉਨਾ ਹੀ ਰਿਸਪੌਂਡ ਲੋਕੀ ਕਰਦੇ ਨੇ। ਅਕਸਰ ਜਿਹੜਾ ਸਭ ਤੋਂ ਜ਼ਿਆਦਾ ਰਿਸਪੌਂਸਿਬਿਲਿਟੀ ਲੋਕਾਂ ਦੇ ਘੱਟ ਹੁੰਦੀ ਹੈ ਤੇ ਜਿਹੜੀ ਸਰਕਾਰ ਚਲਾਉਣ ਵਾਲੇ ਤੇ ਜ਼ਿਆਦਾ ਹੁੰਦੀ ਹੈ, ਜੱਜਾਂ ਦੇ ਵੀ ਜ਼ਿਆਦਾ ਹੁੰਦੀ ਹੈ। ਤੁਸੀਂ ਸਜ਼ਾ ਦਿਓ, ਥੋੜੀ ਦਿਓ, ਮਰਸੀ ਦਿਓ, ਤਰਸ ਖਾਓ, ਉਸ ਤਰ੍ਹਾਂ ਹੀ ਲੋਕੀ ਸੁਧਰ ਵੀ ਜਾਂਦੇ ਨੇ। तो ਜਿਹੜੀ ਇਹ ਡਾਇਨਾਮਿਕ ਪ੍ਰੋਸੈਸ ਹੈ, ਦਰਿਆ ਵਾਂਗਰ ਪ੍ਰੋਸੈਸ ਹੈ। ਜਿਸ ਤਰੀਕੇ ਨਾਲ ਤੁਸੀਂ ਸਰਕਾਰ ਚਲਾਓਗੇ, ਜੇ ਤੁਸੀਂ ਸਰਕਾਰ ਚਲਾਉਣੀ ਕ੍ਰਿਮੀਨਲ ਮੈਥਡ, ਜੇ ਤੁਸੀਂ ਹਰ ਸਟ੍ਰਾਈਕ ਨੂੰ ਤੋੜਨ ਲਈ ਆਪਣੇ ਗੁੰਡੇ ਪਾਲ ਕੇ ਵਿੱਚ ਇੰਟਰੋਡਿਊਸ ਕਰਨੇ, ਆਪਾਂ ਦੇਖਿਆ ਹਰ ਅੰਦੋਲਨ ਚ ਕੋਸ਼ਿਸ਼ ਕਰਦੀ ਹੈ ਪੁਲਿਸ। ਜੇ ਤੁਸੀਂ ਪੁਲਿਸ ਤੇ ਇੰਨੇ ਡਿਪੈਂਡ ਕਰਦੇ, ਪੁਲਿਸ ਦੇ ਥਰੂ ਹੀ ਆਪਾਂ ਰਾਜ ਕਰਨਾ ਚਾਹੁੰਦੇ ਹਾਂ, ਤਾਂ ਇਨਐਵਿਟੇਬਲ ਹੈ ਕਿ ਕੁਝ ਬੰਦੇ ਫਿਰ ਹਥਿਆਰ ਚੁੱਕਣ। ਸੋ ਇੱਕ ਤਾਂ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਪੁਲਿਸ ਦਾ ਜਿਹੜਾ ਰੋਲ ਹੈ ਉਹ ਲੋਕਾਂ ਦੀ ਮਦਦ ਕਰਨਾ ਹੈ, ਨਾ ਕਿ ਲੋਕਾਂ ਦੇ ਡੰਡੇ ਪਾਉਣਾ। ਇਹ ਜਿਹੜੀ ਸਾਡੀ ਪੁਲਿਸ ਦਾ, ਸਾਡਾ ਜਿਹੜਾ ਹੁਣ ਆਪਾਂ ਪੁਲਿਸ ਐਕਟ ਬਦਲਿਆ ਇੰਨੇ ਸਾਲਾਂ ਬਾਅਦ, 100-150 ਸਾਲ ਬਾਅਦ, ਜਿੱਥੇ ਉਹਨਾਂ ਨੂੰ ਕਿਹਾ ਕਿ ਤੁਹਾਡੀ ਡਿਊਟੀ ਹੈ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨੀ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕਰਨੀ। ਸਾਡੇ ਹਰ ਪੁਲਿਸ ਸਟੇਸ਼ਨ ਵਿੱਚ ਹਰ ਰੋਜ਼ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਕ੍ਰਾਈਮ ਹੁੰਦਾ ਹੈ, ਹਰ ਬੰਦੇ ਨੂੰ ਲਾਠੀਆਂ ਪੈਂਦੀਆਂ, ਉਹਨਾਂ ਦਾ ਇਨਵੈਸਟੀਗੇਸ਼ਨ ਹੀ ਕੁੱਟ ਮਾਰਨਾ। ਜਿਹਨੂੰ ਵੀ ਫੜਦੇ ਨੇ ਉਹਦਾ ਤਜਰਬਾ ਇਹੀ ਹੈ। ਤਾਂ ਇਸ ਕਰਕੇ ਜਿੱਥੇ ਵਾਇਲੈਂਸ ਕਹਿ ਲਓ, ਹਿੰਸਾ ਦੇ ਬੇਸ ਤੇ ਰਾਜ ਚੱਲਦਾ ਹੈ, ਉੱਥੇ ਸਿਟੀਜ਼ਨ ਦੀ ਹਿੰਸਾ ਨੂੰ ਆਪਾਂ ਕਹਿੰਦੇ ਆ ਆਤੰਕਵਾਦ। ਅਸਲ ਬਾਤ ਹੈ ਆਤੰਕ ਤੁਸੀਂ ਆਪਣੀ ਆਦਤਾਂ ਵਿੱਚ ਪਾਇਆ ਹੋਇਆ। ਜੇ ਪੁਲਿਸ ਨੂੰ ਹੋਰ ਕੋਈ ਤਰੀਕਾ ਨਹੀਂ ਹੈ ਕ੍ਰਾਈਮ ਸੋਲਵ ਕਰਨ ਲਈ, ਕੁੱਟਣ ਮਾਰਨ ਲਈ, ਤੇ ਫਿਰ ਉਹ ਸਿਸਟਮ ਦੇ ਵਿੱਚ ਤੁਸੀਂ ਲੋਕਾਂ ਤੋਂ ਕਦੇ ਵੀ ਨਹੀਂ ਐਕਸਪੈਕਟ ਕਰ ਰਹੇ ਕਿ ਉਹ ਸ਼ਾਂਤਮਈ ਰਹਿਣਗੇ। ਜਿਉਂ ਉਹ ਸ਼ਾਂਤਮਈ ਤਰੀਕੇ ਨਾਲ ਗਵਰਨ ਕਰਨਾ ਸਿੱਖ ਜਾਂਦੇ ਨੇ, ਤੁਹਾਡੀ ਆਵਾਜ਼ ਜਲਦੀ ਸੁਣ ਲੈਂਦੇ ਨੇ, ਪਾਵਰ ਥੱਲੇ ਆ ਜਾਂਦੀ ਹੈ, ਪਿੰਡਾਂ ਤੱਕ ਆ ਜਾਂਦੀ ਹੈ, ਪਿੰਡ ਦੇ ਲੋਕਾਂ ਸਾਥ, ਫਿਰ ਤੁਹਾਨੂੰ ਕੋਈ ਕਾਰਨ ਨਹੀਂ ਰਹਿੰਦਾ ਕਿ ਸਰਕਾਰ ਤੁਸੀਂ ਖੁਸ਼ ਹੋ, ਫਿਰ ਤੁਸੀਂ ਚਾਹੁੰਦੇ ਹੋ ਕਿ ਦੇਸ਼ ਵਿੱਚ ਸ਼ਾਂਤੀ ਰਹੇ, ਕਿਉਂਕਿ ਖੁਸ਼ਹਾਲੀ ਸ਼ਾਂਤੀ ਨਾਲ ਆਉਂਦੀ। ਇਕਨੋਮਿਕ ਜਿਹੜੀ ਸੁਰੱਖਿਆ ਹੈ ਨਾ ਦੇਸ਼ ਦੀ, ਉਹ ਸ਼ਾਂਤੀ ਨਾਲ ਆਉਂਦੀ। ਇੰਡੀਵਿਜੂਅਲ ਦੇ ਵੀ ਪਰਿਵਾਰ ਚ ਲੜਾਈ ਹੋਵੇ ਤਾਂ ਪਰਿਵਾਰ ਆਰਥਿਕ ਤਰੀਕੇ ਨਾਲ ਥੱਲੇ ਜਾਣ ਲੱਗ ਪੈਂਦਾ, ਸੋ ਪਿੰਡ ਵੀ ਥੱਲੇ ਜਾਣ ਲੱਗ ਪੈਂਦਾ, ਲੜਾਈ ਝਗੜੇ ਵੀ, ਦੇਸ਼ ਵੀ ਥੱਲੇ ਜਾਣ ਲੱਗ ਪੈਂਦਾ। ਤਾਂ ਦੇਸ਼ ਦਾ ਜਿਹੜਾ ਆਰਟ ਹੈ, ਜਿਹੜਾ ਟੈਕਨੀਕ ਹੈ ਗਵਰਨੈਂਸ ਦਾ, ਉਹ ਤਾਂ ਹੈ ਹੀ ਪਿਆਰ, ਮੁਹੱਬਤ, ਕੋਆਰਡੀਨੇਸ਼ਨ ਦਾ। ਸੈਂਟਰਲ ਗਵਰਨਮੈਂਟ ਨੂੰ ਆਪਾਂ ਸੈਂਟਰ ਤੋਂ ਕਹਿੰਦੇ ਆ, ਇਹ ਯੂਨੀਅਨ ਆਫ ਸਟੇਟ ਹੈ, ਇਹ ਸੰਗਠਨ ਦੀ ਸਰਕਾਰ ਹੈ। ਤੁਸੀਂ ਸਾਰੇ ਸਟੇਟਸ ਨੂੰ ਇਕੱਠੇ ਲੈ ਕੇ ਚੱਲਣਾ, ਗੱਲਬਾਤ ਨਾਲ। ਤੁਸੀਂ ਹਰ ਸਟੇਟ ਨੂੰ ਇਹ ਨਹੀਂ ਕਹਿ ਰਹੇ ਇਹੋ ਜਿਹੇ ਸ਼ਬਦ ਕਿ ਇੱਕ ਪੋਲੀਟੀਕਲ ਪਾਰਟੀ ਮੁਕਤ ਕੰਟਰੀ ਆ। ਇਹ ਲੋਕਤੰਤਰ ਦੀ ਪਰਿਭਾਸ਼ਾ ਨਹੀਂ ਹੈ। ਜਿੱਦਾਂ ਆਪਾਂ ਸੁਣੀ ਜਾਂਦੇ ਕਿ ਕਾਂਗਰਸ ਮੁਕਤ ਹਿੰਦੁਸਤਾਨ ਹੋ ਜਾਏਗਾ। ਤੁਸੀਂ ਆਪੋਜੀਸ਼ਨ ਨੂੰ ਦੁਸ਼ਮਣ ਸਮਝ ਕੇ ਖਤਮ ਕਰਨਾ ਚਾਹੁੰਦੇ ਹੋ, ਇਹ ਤਾਂ ਲੋਕਤੰਤਰਿਕ ਤਰੀਕਾ ਹੀ ਨਹੀਂ। ਤੁਸੀਂ ਫਿਰ ਆਪ ਹੀ ਕਾਨੂੰਨ ਤੋੜਦੇ ਹੋ। ਤੁਸੀਂ ਕਹਿੰਦੇ ਅਸੀਂ ਐਮਐਲਏ ਖਰੀਦ ਕੇ ਖਤਮ ਕਰ ਦੇਣਾ। ਤਾਂ ਇਸ ਕਰਕੇ ਇਹ ਸਾਰੀਆਂ ਗੱਲਾਂ ਦਾ ਵਿੱਚ ਇੰਪੋਰਟੈਂਟ ਹੈ ਕਿ ਜਿਹੜੀ ਸਰਕਾਰ ਔਰ ਲੋਕਾਂ ਵਿੱਚ ਇੱਕ ਡਾਇਨਾਮਿਕ ਰਿਲੇਸ਼ਨਸ਼ਿਪ ਹੈ, ਇੱਕ ਮਿਰਰ ਇਮੇਜ ਵੀ। ਜੇ ਸਰਕਾਰ ਬਰੂਟਲ ਹੁੰਦੀ ਹੈ, ਲੋਕੀ ਉਹਨਾਂ ਰੈਜ਼ਿਸਟ ਕਰਦੇ। ਸੋ ਇਹ ਨਹੀਂ ਕਹਿਣਾ ਚਾਹੀਦਾ ਕਿ ਜੈਸੇ ਪ੍ਰਜਾ ਵੈਸੇ ਰਾਜਾ। ਇਹ ਹੁੰਦਾ ਕਿ ਜੈਸਾ ਰਾਜਾ ਵੈਸਾ ਪ੍ਰਜਾ ਰਿਸਪੌਂਸ ਕਰਦੇ। ਤੁਸੀਂ ਟੈਕਸ ਹਾਈ ਕਰਦੇ ਹੋ, ਟੈਕਸ ਘਟ ਜਾਂਦੇ ਨੇ, ਲੋਕ ਬੰਦ ਕਰ ਦਿੰਦੇ। ਆਪਾਂ ਆਪ ਦੇਖਿਆ, ਜਿਉਂ ਹਿੰਦੁਸਤਾਨ ਦੇ ਵਿੱਚ ਟੈਕਸ ਰੇਟ ਬਹੁਤ ਜ਼ਿਆਦਾ ਸੀ, ਸਾਡੇ ਟੈਕਸ ਘੱਟ ਹੁੰਦੇ ਸੀ। ਅੱਜ ਟੈਕਸ ਰੇਟ ਘੱਟ ਹੋ ਗਏ, ਜਾਂ ਕੱਲ ਘੱਟ ਕਰ ਦੇਣਗੇ ਤਾਂ ਲੋਕੀ ਜ਼ਿਆਦਾ ਟੈਕਸ ਦੇਣ ਲੱਗ ਪੈਂਦੇ। ਪਰ ਆਪਾਂ ਹਰ ਮੁਲਕ ਵਿੱਚ ਇਹ ਯੂਨੀਵਰਸਲ ਹੈ। ਲੋਕੀ ਇਹ ਚਾਹਣ ਤਾਂ ਹਮੇਸ਼ਾ ਸਰਕਾਰ ਤੋਂ ਜ਼ਿਆਦਾ ਚਲਾਕੀ ਕਰ ਲੈਂਦੇ। ਜਦੋਂ ਪੰਜਾਬ ਦੇ ਸਾਰੇ ਪੋਲੀਟੀਸ਼ੀਅਨ ਕਰਪਟ ਹੋ ਗਏ, ਝੂਠ ਬੋਲਣ ਲੱਗ ਪਏ, ਤਾਂ ਜਦੋਂ ਇਸ ਵਾਰ ਸਾਰੇ ਅਕਾਲੀ ਲੀਡਰ ਕਹਿੰਦੇ ਸੀ ਕਿ ਹਰ ਬੰਦਾ ਕਹਿੰਦਾ ਸੀ ਵੋਟ ਦੇਣੀ ਹੈ, ਤਾਂ ਅੱਖਾਂ ਨਹੀਂ ਸੀ ਮਿਲਾਉਂਦਾ। ਅਲਟੀਮੇਟਲੀ ਉਹਨਾਂ ਨੇ ਝੂਠ ਬੋਲ ਕੇ ਉਹਨਾਂ ਨੂੰ ਪੂਰਾ ਹਰਾਇਆ। ਤਾਂ ਚਲਾਕੀ ਤੁਸੀਂ ਵੀ ਕਰ ਸਕਦੇ ਹੋ, ਤੁਸੀਂ ਵੀ ਬੋਲ ਸਕਦੇ। ਇਹ ਕੋਈ ਔਖੀ ਗੱਲ ਨਹੀਂ ਹੈ।
ਇਹ ਨਹੀਂ ਕਿ ਸਿਰਫ ਪੋਲੀਟੀਸ਼ੀਅਨ ਦੇ ਹੱਥ 'ਚ ਜਾਂ ਹਕੂਮਤ ਦੇ ਹੱਥ 'ਚ ਝੂਠ ਬੋਲਣਾ ਹੁੰਦਾ, ਆਮ ਬੰਦਾ ਵੀ ਝੂਠ ਬੋਲ ਸਕਦਾ ਔਰ ਕਈ ਹਾਲਾਤਾਂ 'ਚ ਬੋਲਣਾ ਪੈਂਦਾ ਜੀ। ਇਸ ਕਰਕੇ ਜਿਹੜਾ ਮੈਥਡ ਹੈ, ਜਿੰਨਾ ਤੁਸੀਂ ਚਲਾਕੀ ਨਾਲ ਹੇਰਾਫੇਰੀ ਨਾਲ ਰਾਜ ਕਰਨਾ ਚਾਹੁੰਦੇ ਹੋ, ਫਾਈਨਲੀ ਲੋਕ ਤੁਹਾਨੂੰ ਵਾਪਸ ਕਰਦੇ ਉਹੀ ਚਲਾਕੀ, ਉਹੀ ਹਿੰਸਾ, ਉਹੀ ਤਰੀਕੇ ਸਿੱਖ ਜਾਂਦੇ ਨੇ। ਸੋ ਇਹਦਾ ਰਾਜ ਨੂੰ ਸਮਝਦਾਰੀ ਹੋਣੀ ਚਾਹੀਦੀ ਕਿ ਜੇ ਰੱਬ ਨੇ ਤੁਹਾਨੂੰ ਹਕੂਮਤ ਦਿੱਤੀ ਹੈ, ਤੁਸੀਂ ਉਹਦੇ 'ਚ ਕਿਹੜੀਆਂ ਵੈਲਿਊਜ਼ ਦੇਸ਼ ਵਿੱਚ ਅੱਗੇ ਲਿਆਉਣੀਆਂ। ਤੁਸੀਂ ਲੋਕਾਂ ਦੇ ਉਹਨੂੰ ਨਹੀਂ ਪਾ ਸਕਦੇ ਕਿ ਲੋਕੀ ਬੇਈਮਾਨ ਹੈ। ਤੁਸੀਂ ਜਿੱਦਾਂ ਦੀ ਅਵਸਥਾ ਨੂੰ ਆਉਂਦੇ ਹੋ, ਲੋਕ ਰਿਸਪੌਂਡ ਕਰਦੇ ਨੇ। ਸਰ ਮੋਸਟਲੀ ਜੇ ਆਪਾਂ ਗੱਲ ਦੇਖਦੇ, ਜਦੋਂ ਸਰਕਾਰਾਂ ਫੇਲ ਹੁੰਦੀਆਂ ਨੇ, ਬੰਦੇ ਜੁਡੀਸ਼ਰੀ ਵੱਲ ਜਾਂਦੇ ਨੇ। ਜੁਡੀਸ਼ਰੀ ਜਿਹੜੀ ਆ ਸਰਕਾਰਾਂ ਵੱਲ ਕਈ ਚੀਜ਼ਾਂ ਧੱਕ ਦਿੰਦੀ, ਵੀ ਸਰਕਾਰ ਸਾਨੂੰ ਪਰਮਿਸ਼ਨ ਨਹੀਂ ਦਿੰਦੀ। ਜਾਂ ਕਈ ਆਪਾਂ ਦੇਖਦੇ ਵੀ ਕਈ ਸਰਕਾਰ ਦੀ ਜੁਡੀਸ਼ਰੀ ਦੀ ਇਸ ਟਾਈਮ ਟਸਲਬਾਜ਼ੀ ਵੀ ਚੱਲ ਰਹੀ ਕਈ ਪੱਖਾਂ ਦੇ ਵਿੱਚੋਂ। ਤਾਂ ਤੁਸੀਂ ਜੇ ਕਾਨੂੰਨ ਦੀ ਬਹਾਲੀ ਨਹੀਂ ਹੋ ਰਹੀ, ਜਾਂ ਨਜਾਇਜ਼ ਲੋਕਾਂ ਨਾਲ ਹੋ ਰਹੀ ਆ, ਕਰਪਸ਼ਨ ਹੋ ਰਿਹਾ, ਧੱਕੇਸ਼ਾਹੀ ਹੋ ਰਹੀ ਆ, ਲੋਕਾਂ ਨੂੰ ਵੈਸੇ ਜਿਹੜੇ ਇਨਸਾਫ ਦੀ ਆਵਾਜ਼ ਚੱਕ ਰਹੇ ਨੇ ਉਹਨਾਂ ਨੂੰ ਨਜਾਇਜ਼ ਫਸਾਇਆ ਜਾ ਰਿਹਾ, ਤਾਂ ਇਹਦੇ ਵਿੱਚ ਮੋਸਟਲੀ ਤੁਸੀਂ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹੋ ਜਾਂ ਜੁਡੀਸ਼ਰੀ ਨੂੰ ਜ਼ਿੰਮੇਵਾਰ ਮੰਨਦੇ ਹੋ? ਮੇਨ ਟਾਰਗੇਟ ਕਿਹਨੂੰ ਤੁਸੀਂ ਕਰ ਸਕਦੇ ਹੋ, ਕਿਉਂਕਿ ਤੁਹਾਡਾ ਤਜਰਬਾ ਜੁਡੀਸ਼ਰੀ ਨਾਲ ਜ਼ਿਆਦਾ ਆ। ਐਗਜ਼ੀਕਿਊਟਿਵ ਗਵਰਨਮੈਂਟ ਦੂਸਰਾ ਹਿੱਸਾ ਹੈ। ਥਿਊਰੀ ਵਿੱਚ ਤਾਂ ਜਿਹੜਾ ਲੈਜਿਸਲੇਚਰ ਹੈ, ਪਾਰਲੀਮੈਂਟ ਹੈ, ਜਿਹੜੀ ਸਟੇਟ ਅਸੈਂਬਲੀ, ਤੁਹਾਡੀ ਨਾ ਮਾੜੀ ਜੀ ਆਵਾਜ਼ ਕੱਟ ਕੇ, ਮੈਂ ਚਾਹੂੰਗਾ ਤੁਸੀਂ ਦੁਬਾਰਾ ਰਿਪੀਟ ਕਰ ਲਿਓ ਆਪਣੇ ਨੂੰ ਆਨਸਰ ਨੂੰ। ਠੀਕ ਹੈ ਜੀ। ਸਰਕਾਰ ਕੱਲੀ ਸਰਕਾਰ ਉਹ ਨਹੀਂ ਹੁੰਦੀ ਜਿਹਨੂੰ ਆਪਾਂ ਪ੍ਰਧਾਨ ਮੰਤਰੀ ਕਹਿੰਦੇ ਹਾਂ। ਸਰਕਾਰ ਉਹ ਵੀ ਹੁੰਦੀ ਹੈ ਜਿਹਨੂੰ ਆਪਾਂ ਜੁਡੀਸ਼ਰੀ ਕਹਿੰਦੇ ਹਾਂ। ਜੀ। ਸਰਕਾਰ ਉਹ ਵੀ ਹੁੰਦੀ ਹੈ ਜਿਹਨੂੰ ਆਪਾਂ MP MLA ਕਹਿੰਦੇ ਹਾਂ। ਉਹ ਬਣਾਉਂਦੇ ਕਾਨੂੰਨ। ਸਰਕਾਰ ਕਾਨੂੰਨ ਨੂੰ ਇਨਫੋਰਸ ਕਰਦੀ ਹੈ। ਕਾਨੂੰਨ ਹੈ ਕਿ ਇਹ ਦੱਸਦੀ ਜੁਡੀਸ਼ਰੀ। ਮਗਰ ਸਭ ਤੋਂ ਵੱਡਾ ਜਿਹੜੀ ਬੇਇਨਸਾਫੀ ਹੈ, ਜਿਹਦੇ ਨਾਲ ਸਾਡੀ ਲਾਅ ਐਂਡ ਆਰਡਰ ਪ੍ਰੋਬਲਮ ਖਤਮ ਹੋਈ ਜਾ ਰਹੀ ਹੈ, ਉਹ ਸਰਕਾਰ ਤੋਂ ਜ਼ਿਆਦਾ ਜੁਡੀਸ਼ਰੀ ਤੇ ਹੈ। ਕਿਉਂਕਿ ਜੁਡੀਸ਼ਰੀ ਦੇ ਵਿੱਚ ਜਿਹੜਾ ਅਬਿਲਿਟੀ, ਜਿਹਨੇ ਡਿਸਾਈਡ ਕਰਨੇ ਝਗੜੇ, ਜਿਹੜੇ ਝਗੜੇ ਦਾ ਫੈਸਲਾ ਕਰਨਾ ਹੈ, ਕਿਉਂਕਿ ਜੇ ਝਗੜਿਆਂ ਦੇ ਫੈਸਲੇ ਜਲਦੀ ਹੋ ਜਾਣਗੇ ਤਾਂ ਕਾਨੂੰਨ ਦੇ ਮੁਤਾਬਿਕ ਹੋਣਗੇ, ਤਾਂ ਘੱਟੋ ਘੱਟ ਲੋਕਾਂ ਨੂੰ ਕਿਸੇ ਹੋਰ ਤਰੀਕੇ ਨਾਲ ਆਪਣੀਆਂ ਪ੍ਰੋਬਲਮਾਂ ਸੋਲਵ ਨਹੀਂ ਕਰਨੇ ਪੈਣਗੇ। ਹੁਣ ਇੱਥੇ ਸਾਡੇ ਜੇ 5 ਕਰੋੜ ਕੇਸਿਸ ਪੈਂਡਿੰਗ ਪਏ ਆ ਇਸ ਦੇਸ਼ ਵਿੱਚ, ਇੱਕ ਕੇਸ ਘੱਟੋ ਘੱਟ 12 ਬੰਦਿਆਂ ਦਾ ਇਫੈਕਟ ਕਰਦਾ ਹੀ ਹੈ, ਤੇ ਤੁਸੀਂ ਸਮਝਦੇ ਕਿ 60 ਕਰੋੜ ਜਨਤਾ ਅਦਾਲਤਾਂ ਦੇ ਵਿੱਚ ਗਈ ਹੋਵੇ ਜਾਂ ਉਹਨਾਂ ਦੇ ਫੈਸਲੇ ਦੀ ਇੰਤਜ਼ਾਰ ਕਰ ਰਹੀ ਹੈ। ਉਹਨਾਂ ਚੋਂ 30 ਕਰੋੜ ਤਾਂ ਹੋਣਗੇ ਜਿਹੜੇ ਮਾੜੇ ਚਲਾਕ, ਜਿਨ੍ਹਾਂ ਨੇ ਹੇਰਾਫੇਰੀ ਕੀਤੀਆਂ, ਜਿਨ੍ਹਾਂ ਨੂੰ ਅਦਾਲਤ ਦੇ ਜੱਜ ਦੇ ਖਿਲਾਫ ਫੈਸਲੇ ਆਉਣੇ। 30 ਕਰੋੜ ਵਿਕਟਿਮ ਜਿਨ੍ਹਾਂ ਦੇ ਘਰ ਕਬਜ਼ੇ ਲੈ ਲਏ, ਜਿਨ੍ਹਾਂ ਨੂੰ ਕਬਜ਼ਾ ਮਿਲਣਾ, ਜਿਨ੍ਹਾਂ ਨੂੰ ਕੁਝ ਰਿਲੀਫ ਮਿਲੇ। ਅੱਧੇ ਲੋਕਾਂ ਦਾ ਬਹੁਤ ਫਾਇਦਾ ਜੁਡੀਸ਼ਰੀ ਦਾ। ਹਰ ਜਿਹੜਾ ਉਚਕਾ ਹੈ ਉਹਨੂੰ ਬੜਾ ਮਜ਼ਾ ਆਉਂਦਾ ਕਿ ਕੇਸ ਵਾਲੋ ਆਮ ਹੀ ਜਿਹੜਾ ਪਬਲਿਕ ਸਰਵੈਂਟ ਕਹਿੰਦੇ ਨਾ ਕਿ ਜਾ ਕੇ ਕੇਸ ਕਰ ਲਓ, ਉਹਨਾਂ ਨੂੰ ਪਤਾ ਕਿ ਅਦਾਲਤ ਨੇ ਦੱਸਾਂ ਕੁਝ ਨਹੀਂ ਕਰਨਾ। ਸੋ ਜਿਹੜੇ ਦੇਸ਼ ਵਿੱਚ ਅਦਾਲਤ ਫਾਸਟ ਹੋ ਜਾਂਦੀ ਹੈ, ਉੱਥੇ ਜ਼ੁਲਮ ਵੀ ਘਟਦਾ, ਉੱਥੇ ਕ੍ਰਾਈਮ ਵੀ ਘਟਦਾ, ਉੱਥੇ ਸਰਕਾਰ ਵੀ ਜਾਂ ਲਾਫੁਲ ਹੋ ਜਾਂਦੀ ਹੈ, ਕਾਨੂੰਨ ਦੇ ਮੁਤਾਬਿਕ ਚੱਲਦੀ। ਹੁਣ ਸਾਡੇ ਕੋਈ ਵੱਡਾ ਮਾਮਲਾ ਦੇਸ਼ ਦਾ ਸੁਪਰੀਮ ਕੋਰਟ 5-7 ਸਾਲ ਤੋਂ ਪਹਿਲਾਂ ਸੁਲਝਾਉਂਦਾ। ਬਾਬਰੀ ਮਸਜਿਦ ਪਤਾ ਨਹੀਂ ਕਿੰਨੇ ਸਾਲਾਂ ਬਾਅਦ, 60-70 ਸਾਲਾਂ ਬਾਅਦ ਸੁਲਝਾਇਆ, ਉਹ ਵੀ ਕਿਸ ਤਰੀਕੇ ਨਾਲ ਸੁਲਝਾਇਆ ਸਾਨੂੰ ਪਤਾ। ਉਸੇ ਤਰ੍ਹਾਂ ਸਿਟੀਜ਼ਨ ਅਮੈਂਡਮੈਂਟ ਐਕਟ 5 ਸਾਲ ਹੋ ਗਏ ਘੱਟੋ ਘੱਟ, ਜਿਹੜਾ 5 ਸਾਲ ਤੋਂ ਜ਼ਿਆਦਾ ਹੋ ਚੱਲੇ ਜਾ, ਜਦੋਂ ਤੋਂ ਉਹਨਾਂ ਨੇ ਕੀਤਾ 4 ਸਾਲ ਹੋ ਗਏ, ਤੇ ਉਹਦਾ ਫੈਸਲਾ ਸੁਪਰੀਮ ਕੋਰਟ ਨਹੀਂ ਦੇ ਰਹੀ। ਹੋਰ ਇੰਨੇ ਫੈਸਲੇ ਜਿਹੜੇ ਸੁਪਰੀਮ ਕੋਰਟ ਵਿੱਚ ਪੈਂਡਿੰਗ ਪਏ। ਇਸ ਕਰਕੇ ਜੁਡੀਸ਼ਰੀ ਨੂੰ ਫਾਸਟ ਕਰਨਾ ਵੀ ਸਰਕਾਰ ਸੁਲਝ ਜਾਂਦੀ ਹੈ। ਸਰਕਾਰ ਝਗੜਾਈ ਸ਼ਾਂਤੀ ਨਾਲ ਸਰਕਾਰ ਚਲਾਵੇ, ਉਹਦੇ ਨਾਲ ਵੀ ਦੇਸ਼ ਦੀ ਜਿਹੜੀ ਅਵਸਥਾ ਸੁਧਰ ਜਾਂਦੀ ਹੈ। ਕਾਨੂੰਨ ਹੀ ਚੰਗੇ ਬਣਾਓ, ਜੇ ਝਗੜਾ ਘੱਟ ਪੈਦਾ ਹੋਵੇ, ਕਿਉਂਕਿ ਜੇ ਸਾਡੇ ਕਰਪਸ਼ਨ ਦੇ ਕਾਨੂੰਨ ਹੈ ਤਾਂ ਆਪਾਂ ਉਹਦੇ ਚ ਕਰਪਟ ਬੰਦੇ ਲਈ ਜਗ੍ਹਾ ਛੱਡ ਦਿੰਦੇ। ਜੇ ਆਪਾਂ ਕ੍ਰਿਮੀਨਲ ਕਾਨੂੰਨ ਤਾਂ ਵੱਡੇ ਕ੍ਰਿਮੀਨਲ ਲਈ ਵਿਚਲੇ ਜਗ੍ਹਾ ਛੱਡ ਦਿੰਦੇ ਆ। ਜੇ ਤੁਸੀਂ ਉਦਾਂ ਦੇ ਕਾਨੂੰਨ ਆਓਗੇ ਤਾਂ ਝਗੜੇ ਹੋਰ ਵਧਣਗੇ। ਤਾਂ ਜਿੰਨੇ ਕਾਨੂੰਨ ਹੋਣੇ ਚਾਹੀਦੇ ਛੋਟੇ, ਥੋੜੇ ਕਾਨੂੰਨ ਹੋਣੇ ਚਾਹੀਦੇ ਸਿੱਧੇ ਸਾਦੇ, ਤਾਂ ਕਿ ਆਮ ਬੰਦੇ ਨੂੰ ਸਮਝ ਆਵੇ। ਤਾਂ ਫਿਰ ਜਿਹੜੀ ਇਮਾਨਦਾਰ, ਜਿਹੜੀ ਅਲਟੀਮੇਟਲੀ ਆਪਾਂ ਨੂੰ ਪੁਲਿਸ ਫੋਰਸ ਸਭ ਤੋਂ ਜ਼ਿਆਦਾ ਇਮਾਨਦਾਰ ਚਾਹੀਦੀ। ਸਭ ਤੋਂ ਵੱਡਾ ਜਿਹੜਾ ਇਨਸਾਫ ਹੈ ਪੁਲਿਸ ਸਟੇਸ਼ਨ ਕਰ ਸਕਦਾ। ਉਹ ਪੁਲਿਸ ਸਟੇਸ਼ਨ ਬਣਿਆ ਹੋਇਆ ਟੈਰਰ ਦਾ ਅੱਡਾ, ਆਮ ਲੋਕਾਂ ਲਈ ਉਹ ਆਤੰਕਵਾਦ ਦਾ ਵੱਡਾ ਸੈਂਟਰ ਹੈ। ਉੱਥੇ ਉਹਦੀ ਛਵੀ ਤਾਂ ਹਸਪਤਾਲ ਵਾਲੀ ਚਾਹੀਦੀ ਹੈ, ਹੈਲਪ ਸੈਂਟਰ ਚਾਹੀਦਾ, ਬੰਦੇ ਹਰ ਬੰਦਾ ਮੁਸੀਬਤ ਚ ਉੱਥੇ ਭੱਜੇ। ਕਈ ਮੁਲਕਾਂ ਵਿੱਚ ਹੈ, ਇੰਗਲੈਂਡ ਦੇ ਨਿਆਣੇ ਨੂੰ ਕੋਈ ਤਕਲੀਫ ਨਹੀਂ, ਭੱਜਿਆ ਜਾਂਦਾ ਪੁਲਿਸ ਸਟੇਸ਼ਨ, ਪਰ ਕਿਸੇ ਬੰਦੇ ਨੂੰ ਔਰਤ ਨੂੰ ਭੱਜਿਆ ਜਾਂਦਾ ਪੁਲਿਸ ਸਟੇਸ਼ਨ। ਇੱਥੇ ਸਾਰੇ ਕਾਨੂੰਨ ਨੂੰ ਕੋਰਟਾਂ ਨੂੰ ਕਹਿਣਾ ਪੈ ਰਿਹਾ ਕਿ ਬਈ ਸ਼ਾਮ ਨੂੰ ਨਾ ਜਾਓ, ਅੱਗੇ ਨਾ ਮੈਜਿਸਟਰੇਟ ਤੱਕ ਉੱਥੇ ਕੁੱਟੇ ਗਏ, ਸ਼ਰਾਬ ਵਾਲੇ ਦੇ ਪਾ ਕੇ ਝੂਠੇ ਕੇਸ ਪਾਏ ਗਏ। ਜੇ ਇਸ ਮੁਲਕ ਵਿੱਚ ਸੁਪਰੀਮ ਕੋਰਟ ਹੀ ਕਹੇ ਕਿ ਸ਼ਾਮ ਨੂੰ ਮੈਜਿਸਟਰੇਟ ਨੂੰ ਕਿ ਨਾ ਜਾਇਆ ਕਰੋ ਪੁਲਿਸ ਸਟੇਸ਼ਨ, ਉਸ ਪੁਲਿਸ ਸਟੇਸ਼ਨ ਦੀ ਹਾਲਾਤ ਸੋਚ ਸਕਦੇ ਹੋ। ਸਾਨੂੰ ਉੱਥੇ CCTV ਕੈਮਰੇ ਲਾਉਣੇ ਪੈ ਰਹੇ। ਤਾਂ ਇਸ ਕਰਕੇ ਚੀਜ਼ਾਂ ਤਾਂ ਸੁਧਰ ਸਕਦੇ ਹਾਂ, ਚੀਜ਼ਾਂ ਤਾਂ ਬੜੀਆਂ ਸਿੱਧੀਆਂ, ਚੀਜ਼ਾਂ ਦਾ ਵਿਵਸਥਾ ਚੰਗੇ, ਸਾਰੇ ਚੀਜ਼ਾਂ ਪਤਾ ਕੀ ਕਰਨੀ।
ਕਰਨ ਵਰਗੇ ਲੋਕ ਹੀ ਚਾਹੀਦੇ, ਕੋਈ ਚਾਹੁੰਦੇ ਆ, ਕਿਉਂਕਿ ਉਹਨਾਂ ਨੂੰ ਫਿਰ ਅਲਟੀਮੇਟਲੀ ਨੁਕਸਾਨ ਹੁੰਦਾ। ਜੇ ਪੋਲੀਟੀਸ਼ੀਅਨ ਆਪਣੀ ਕਮਾਈ ਨਾਲ ਇਲੈਕਸ਼ਨ ਲੜਨਾ ਚਾਹਵੇ ਤਾਂ ਕੋਈ ਪੋਲੀਟੀਸ਼ੀਅਨ ਇਲੈਕਸ਼ਨ ਵੀ ਸਿੱਧੀਆਂ ਹੋ ਜਾਣ, ਇਲੈਕਸ਼ਨ ਸਾਫ਼ ਹੋ ਜਾਣ, ਸੁਥਰੀਆਂ ਹੋ ਜਾਣ, ਇੰਨੀ ਜ਼ਿਆਦਾ ਬਰਬਾਦੀ ਨਾ ਹੋਵੇ, ਇੰਨਾ ਜ਼ਿਆਦਾ ਪੈਸੇ ਦੀ ਬਰਬਾਦੀ ਨਾ ਹੋਵੇ। ਸੋ ਇਸ ਕਰਕੇ ਸਭ ਤੋਂ ਵੱਡੀ ਗੱਲ ਤਾਂ ਸਾਡਾ ਅਲਟੀਮੇਟਲੀ ਗਰੀਬੀ ਤੇ ਭ੍ਰਸ਼ਟਾਚਾਰ ਹੀ ਆ ਜਾਂਦਾ। ਉਸ ਤੋਂ ਸਾਰੀਆਂ ਗੱਲਾਂ, ਟੈਰਰਿਜ਼ਮ ਉਸ ਤੋਂ ਨਿਕਲਦਾ, ਆਤੰਕਵਾਦ ਉਸ ਤੋਂ ਨਿਕਲਦਾ, ਕਰਪਸ਼ਨ ਉਸ ਤੋਂ ਨਿਕਲਦੀ, ਡਰੱਗ ਉਸ ਤੋਂ ਨਿਕਲਦੀ। ਸਰ ਮੈਂ ਆਖਰੀ ਸਵਾਲ ਲਵਾਂਗਾ, ਤੁਸੀਂ 2-3 ਮਿੰਟ ਦੇ ਵਿੱਚ ਜਵਾਬ ਦੇ ਦਿਓ, ਆਪਣੇ ਤਕਰੀਬਨ ਅੱਧਾ ਘੰਟਾ ਹੋਣ ਵਾਲਾ ਆ। ਜਿਵੇਂ ਪੰਜਾਬ ਦੇ ਵਿੱਚੋਂ ਬਿਕਰਮਜੀਤ ਮਜੀਠੀ ਉਹਨਾਂ ਦਾ ਡਰੱਗਸ ਦੇ ਵਿੱਚ ਨਾਮ ਆ ਰਿਹਾ, ਰਿਪੋਰਟਾਂ ਵੀ ਬਾਹਰ ਆ ਚੁੱਕੀਆਂ ਨੇ, ਗੈਂਗਸਟਰਾਂ ਦਾ ਵਿੱਚ ਨਾਮ ਲੱਗ ਚੁੱਕਿਆ, ਹੋਰ ਕਈ ਚੀਜ਼ਾਂ ਨੇ ਜਿਹੜੀਆਂ ਇਲੀਗਲ ਪ੍ਰਾਪਰਟੀਆਂ ਇਹਨਾਂ ਲੋਕਾਂ ਨੇ ਬਣਾਈਆਂ ਨੇ। ਹੁਣ ਕੀ ਇਹੋ ਜਿਹੇ ਬੰਦੇ, ਆਪਾਂ ਇਕੱਲੇ ਮਜੀਠੀਆ ਸਾਹਿਬ ਦੀ ਜਾਂ ਅਕਾਲੀ ਦਲ ਦੀ ਗੱਲ ਨਹੀਂ ਕਰ ਰਹੇ, ਇਹ ਛੋਟੇ ਲੈਵਲ ਦੀ ਗੱਲ ਹੋ ਚੁੱਕੀ, ਕੀ ਇਹੋ ਜਿਹੇ ਬੰਦਿਆਂ ਨੂੰ ਅੱਤਵਾਦ ਦੀ ਕੈਟਾਗਰੀ ਵਿੱਚ ਰੱਖਣਾ ਚਾਹੀਦਾ ਜਾਂ ਨਹੀਂ ਰੱਖਣਾ ਚਾਹੀਦਾ, ਜਿਨ੍ਹਾਂ ਨੇ ਪੂਰੀ ਦੀ ਪੂਰੀ ਸਟੇਟ ਇੱਕ ਅੱਗ ਦੀ ਭੱਠੀ ਦੇ ਵਿੱਚ ਸੁੱਟ ਦਿੱਤੀ? ਉਹ ਤਾਂ ਹਰ ਸਿਵਲ ਸਰਵੈਂਟ ਜਿਹੜਾ ਕਰਪਸ਼ਨ ਕਰਦਾ ਉਹ ਅੱਤਵਾਦੀ ਆ, ਕਿਸੇ ਸਿਟੀਜ਼ਨ ਨੂੰ ਦੁਖੀ ਕਰਦਾ, ਉਹ ਦੇਸ਼ ਹੀ ਤੋੜ ਰਿਹਾ। ਹਰ ਭ੍ਰਸ਼ਟ ਪੁਲਿਸ ਆਫੀਸਰ ਦੇਸ਼ ਤੋੜ ਰਿਹਾ, ਹਰ ਭ੍ਰਸ਼ਟ ਜਿਹੜਾ ਆਈਐਸ ਅਫਸਰ ਦੇਸ਼ ਤੋੜ ਰਿਹਾ, ਹਰ ਭ੍ਰਸ਼ਟ ਇੰਜੀਨੀਅਰ ਜਿਹੜਾ ਮਾੜੇ ਪੁਲ ਬਣਾ ਰਿਹਾ ਹੈ, ਮਾੜੀਆਂ ਸੜਕਾਂ ਬਣਾ ਰਿਹਾ ਪੈਸੇ ਖਾ ਕੇ, ਉਹ ਦੇਸ਼ ਤੋੜ ਰਿਹਾ, ਕਿਉਂਕਿ ਦੇਸ਼ ਦੇ ਲੋਕਾਂ ਨੂੰ ਤੰਗ ਕਰ ਰਿਹਾ, ਦੇਸ਼ ਦੇ ਲੋਕਾਂ ਦੀ ਜਿਹੜੀ ਖੁਸ਼ਹਾਲੀ ਖਤਮ ਕਰ ਰਿਹਾ ਔਰ ਲੁੱਟ ਰਿਹਾ, ਲਿਟਰਲੀ ਡਾਕਾ ਮਾਰ ਰਿਹਾ ਦੇਸ਼ ਦੇ ਲੋਕਾਂ ਦੀਆਂ ਜੇਬਾਂ ਦੇ ਵਿੱਚ, ਉਹਨਾਂ ਦੇ ਜੀਵਨ ਸਥਲ ਵਿੱਚ, ਉਹਨਾਂ ਦੀ ਜੀਵਨ ਸ਼ੈਲੀ ਤੇ। ਸੋ ਇਸ ਕਰਕੇ ਜਦ ਤੱਕ ਆਪਾਂ ਇਹਨੂੰ ਇੰਨਾ ਸੀਰੀਅਸ ਨਾ ਲਵਾਂਗੇ, ਉਦ ਤੱਕ ਦੇਸ਼ ਦੀ ਬੁਨਿਆਦ ਬਹੁਤ ਔਖੀ ਹੈ। ਦੇਸ਼ ਤੇ ਜਿੱਦਾਂ ਦਾ ਆਪਾਂ ਚਾਹੁੰਦੇ ਹਾਂ ਡ੍ਰੀਮਸ ਕਿ ਇੱਕ ਖੁਸ਼ਹਾਲ ਤੇ ਮਜ਼ਬੂਤ ਭਾਰਤ, ਉਹ ਐਵੇਂ ਨਹੀਂ ਬਣ ਸਕਦਾ, ਉਹ ਲੋਕਾਂ ਨਾਲ ਹੀ ਬਣਦਾ। ਜਦ ਤੱਕ ਲੋਕ ਬਣਦੇ ਇਸ ਵਿਵਸਥਾ ਨਾਲ, ਹਰ ਵਿਵਸਥਾ ਮਜਬੂਰ ਕਰਦੀ ਕਈ ਵਾਰੀ ਝੂਠ ਬੋਲਣ ਲਈ, ਹਰ ਵਿਵਸਥਾ ਮਜਬੂਰ ਕਰਦੀ ਕਈ ਵਾਰੀ ਸੱਚ ਬੋਲਣ। ਸੋ ਜਿਹੜੀ ਵਿਵਸਥਾ ਅਸੀਂ ਬਣਾ ਦਿੰਦੇ, ਹੁਣ ਹਰ ਚੰਗੇ ਬੰਦੇ ਨੂੰ ਵੀ ਥੋੜਾ ਬਹੁਤਾ ਕਰਪਸ਼ਨ ਦਾ ਪੈਸਾ ਦੇਣਾ ਪੈਂਦਾ ਹੈ, ਕਿਉਂਕਿ ਅਦਰਵਾਈਜ਼ ਉਹਦਾ ਗੁਜ਼ਾਰਾ ਨਹੀਂ। ਹਰ ਬਿਜ਼ਨਸਮੈਨ ਨੂੰ ਕੁਝ ਨਾ ਕੁਝ ਪੈਸੇ ਦੇਣੇ ਪੈਂਦੇ, ਕਿਉਂਕਿ ਗੁਜ਼ਾਰਾ ਨਹੀਂ ਹੈ। ਬਾਰ-ਬਾਰ ਬਿਜ਼ਨਸ ਵਾਲੇ ਕਹਿੰਦੇ ਕਿ ਜੇ ਪੋਲਿਊਸ਼ਨ ਕੰਟਰੋਲ ਬੋਰਡ ਸਾਡੇ ਤੋਂ ਪੈਸਾ ਨਾ ਲਈ ਤਾਂ ਅਸੀਂ ਵੀ ਮਸ਼ੀਨਾਂ ਲਾ ਕੇ ਪਾਣੀ ਸਾਫ਼ ਕਰ ਦਈਏ, ਬਟ ਅਸੀਂ ਇਦਾਂ ਨਹੀਂ ਸਾਡਾ ਚੱਲਦਾ ਗੁਜ਼ਾਰਾ ਕਿ ਅਸੀਂ ਫੈਕਟਰੀ ਵੀ ਲਾ ਲਈਏ, STF ਟ੍ਰੀਟਮੈਂਟ ਪਲਾਂਟ ਵੀ ਲਾ ਦਈਏ, ਤਾਂ ਉਹਨੂੰ ਚਲਾ ਵੀ ਦਈਏ ਤੇ ਬਿਜਲੀ ਵੀ ਦਈਏ, ਤੇ ਨਾਲੇ ਇਹਨਾਂ ਨੂੰ ਉੱਪਰਲੀ ਬਰਾਈਬਰੀ ਵੀ ਦਈਏ, ਘੂਸ ਵੀ ਦਈਏ, ਪੈਸੇ ਵੀ ਦਈਏ। ਇਦਾਂ ਨਹੀਂ ਚੱਲਦਾ। ਉਹ ਆਪ ਕਹਿੰਦੇ ਕਿ ਤੁਸੀਂ ਨਾ ਚਲਾਓ, ਸਾਨੂੰ ਪੈਸੇ ਦੇ ਦਿਓ। ਜਦੋਂ ਵਿਵਸਥਾ ਇਸ ਕਦਰ ਬੇਈਮਾਨ ਹੋ ਜਾਂਦੀ ਹੈ, ਉਦੋਂ ਦੱਸੋ ਕੀ ਸੋਲੂਸ਼ਨ ਹੈ? ਸੋ ਇਸ ਕਰਕੇ ਜਿਹੜੇ ਬੇਈਮਾਨ ਹੈ ਅਲਟੀਮੇਟਲੀ ਉਹਨਾਂ ਨੂੰ ਕੱਢਣਾ। ਵਿਵਸਥਾ ਦਾ ਠੀਕ ਹੀ ਚੱਲਣਾ ਪੈਂਦੀ, ਚੰਗਾ ਇਮਾਨਦਾਰ ਬੰਦੇ ਰੱਖੋ ਤਾਂ ਵਿਵਸਥਾ ਠੀਕ ਚੱਲ ਜਾਂਦੀ। ਪੁਲਿਸ ਦੇ ਚੰਗਾ SHO ਆ ਗਿਆ, ਸਾਰੇ ਸ਼ਾਂਤੀ ਆ ਜਾਂਦੀ ਹੈ। ਇੱਕ ਜੱਜ ਚੰਗਾ ਆ ਗਿਆ, ਅਦਾਲਤ ਠੀਕ ਚੱਲਣਾ ਪੈਂਦੀ ਹੈ। ਮਗਰ ਇਹਦੇ ਲਈ ਪਹਿਲਾਂ ਤਾਂ ਇਹਦੇ ਲਈ ਹਿੰਮਤ ਚਾਹੀਦੀ ਹੈ, ਇਹ ਕਹਿਣਾ ਕਿ ਸਾਡੇ ਅਦਾਲਤ ਵਿੱਚ ਇੱਕ ਬੇਈਮਾਨ ਜੱਜ ਹੈ, ਕਿ ਸਾਡਾ DC ਬੇਈਮਾਨ ਹੈ, ਕਿ ਸਾਡਾ MLA ਪੈਸੇ ਲੈਂਦਾ, ਕਿ ਸਾਡੇ SSP ਨੌਕਰੀਆਂ ਦਿੰਦਾ ਪੈਸੇ ਲੈ ਕੇ, ਟ੍ਰਾਂਸਫਰ ਹੁੰਦੀਆਂ ਪੈਸੇ ਲੈ ਕੇ, ਸਾਡਾ ਪੋਲੀਟੀਸ਼ੀਅਨ ਪੈਸੇ ਲੈ ਕੇ ਕਰਾਉਂਦਾ। ਇੰਨੀ ਪਹਿਲਾਂ ਤਾਂ ਹਿੰਮਤ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ ਕਹਿੰਦੇ ਹੋ ਜੇ ਉਹ ਜੱਜ ਹੋਏਗਾ ਤਾਂ ਤੁਹਾਡੇ ਕਾ ਕੰਟੈਂਪਟ ਕਰੇਗਾ, ਜੇ IAS ਅਫਸਰ ਹੋਏ ਜਾਂ ਪੁਲਿਸ ਵਾਲਾ ਤਾਂ ਝੂਠਾ ਕੇਸ ਪਾਏਗਾ। ਸੋ ਕੁਝ ਬੰਦੇ ਤਾਂ ਹਿੰਮਤ ਵਿੱਚ ਹਮੇਸ਼ਾ ਦੁਖੀ ਵੀ ਹੁੰਦੇ, ਤੰਗ ਵੀ ਹੁੰਦੇ ਆ। ਉਹਨਾਂ ਬੰਦਿਆਂ ਨੂੰ ਜਿਹੜੇ ਬੰਦਿਆਂ ਨੂੰ ਬਚਾਉਣਾ ਸਿੱਖੇ, ਸਮਾਜ ਬਚਾ ਸਕਦਾ ਹੈ। ਉਸ ਪਿੰਡ ਵਿੱਚ ਜਿੱਥੇ ਨਜਾਇਜ਼ ਕੇਸ ਪੈਂਦਾ, ਸਾਰਾ ਪਿੰਡ ਇਕੱਠਾ ਹੋਵੇ ਤਾਂ ਰੁਕ ਸਕਦਾ। ਉਸ ਅਦਾਲਤ ਵਿੱਚ ਜਿੱਥੇ ਝੂਠਾ ਕੰਟੈਂਪਟ ਕੇਸ ਚੱਲਦਾ, ਸਾਰੇ ਵਕੀਲ ਇਕੱਠੇ ਹੋਣ ਤਾਂ ਰੁਕ ਸਕਦਾ। ਸੋ ਇਹ ਹੁੰਦੀ ਸਮਾਜ ਦੀ ਜਿਹੜੀ ਕਹਿੰਦੇ ਚੇਤਨਾ। ਜਦੋਂ ਚੇਤਨਾ ਆਪਸ ਵਿੱਚ ਵੱਧਦੀ ਹੈ, ਫਿਰ ਤੁਸੀਂ ਮਜਬੂਰ ਕਰਦੇ ਹੋ ਅਦਾਲਤ ਨੂੰ ਇਨਸਾਫ ਦੇਣ ਲਈ, ਤੁਸੀਂ ਮਜਬੂਰ ਕਰਦੇ ਹੋ ਪੁਲਿਸ ਵਾਲਿਆਂ ਨੂੰ ਕਿ ਇਨਸਾਫ ਕਰ, ਤੁਸੀਂ ਮਜਬੂਰ ਕਰਦੇ ਹੋ ਦੇਸ਼ ਦੇ ਅਫਸਰਾਂ ਨੂੰ ਕਿ ਤੁਸੀਂ ਉਹ ਚੰਗੇ ਢੰਗ ਨਾਲ ਬੋਲੋ, ਕੰਮ ਕਰੋ ਬਿਨਾਂ ਪੈਸੇ ਲਿੱਤੇ, ਜਿਹੜੀ ਤੁਹਾਡਾ ਡਿਊਟੀ ਹੈ। ਉਹ ਚਾਹੁੰਦੇ ਆ ਕਿ ਵਿਵਸਥਾ 'ਚ ਕੁਛ ਨਾ ਹੋਵੇ, ਜਦ ਤੱਕ ਤੁਸੀਂ ਪੈਸੇ ਨਹੀਂ ਦਿੰਦੇ ਸਪਸ਼ਟ, ਅਸੀਂ ਕੁਛ ਨਹੀਂ ਕਰਨਾ। ਉਹ ਉੱਥੇ ਹੀ ਰਿਵਾਜ ਚੱਲਿਆ। ਸਾਰਾ ਜ਼ਮੀਨ ਸਾਡੀ ਹੋ ਗਈ ਪੋਲਿਊਟਡ। ਪੋਲਿਊਸ਼ਨ ਕੰਟਰੋਲ ਬੋਰਡ ਜਿਹੜੀ ਜ਼ਿੰਮੇਵਾਰੀ ਹੈ, ਉਹਦਾ ਇੱਕ ਅਫਸਰ ਫਾਂਸੀ ਨਹੀਂ ਲੱਗਾ ਕਿਉਂ ਨਾ ਲੱਗੇ? ਤੁਹਾਡੇ ਬੀਜ ਘਟੀਆ ਆ ਗਏ, ਕੋਈ ਐਗਰੀਕਲਚਰ ਆਫੀਸਰ ਨੂੰ ਪਕੜਿਆ ਨਹੀਂ ਜਾਂਦਾ। ਤੁਹਾਡੇ ਫਰਟੀਲਾਈਜ਼ਰਸ ਜਿਹੜੀਆਂ ਹੁੰਦੀਆਂ ਅਡਲਟਰੇਟਡ ਪਾਤੀਆਂ, ਔਰ ਕਿਸੇ ਅਫਸਰ ਨੂੰ ਸਜ਼ਾ ਨਹੀਂ ਹੁੰਦੀ। ਜਿਹੜਾ ਤੁਸੀਂ ਏਜੰਸੀ ਬਣਾਉਂਦੇ ਆ, ਤੁਹਾਡਾ ਕੁੱਤਾ ਭੌਂਕਦਾ ਨਹੀਂ, ਤੁਸੀਂ ਕੁੱਤੇ ਨੂੰ ਸਜ਼ਾ ਦੋਗੇ ਕਿ ਤੁਸੀਂ ਹੋਰ ਚੱਕਰ ਨਹੀਂ ਪੈਣਗੇ। ਸਿੱਧੀ ਜੀ ਗੱਲ ਹੈ ਤੁਹਾਡੇ ਸਾਹਮਣੇ। ਇੰਨੇ ਜ਼ਿਆਦਾ ਹੁਣ ਤਾਂ ਚਲੋ ਕੁਛ ਨਵੀਂ ਗੱਲ ਹੈ ਕਿ ਪਿਛਲੇ ਜਦੋਂ ਦੀ ਸਰਕਾਰ ਆਈ, ਕੁਝ ਬੰਦੇ ਪਕੜੇ ਜਾ ਰਹੇ, ਮਿਨਿਸਟਰ ਤੱਕ ਪਕੜੇ ਜਾ ਰਹੇ, ਜੇਲ੍ਹਾਂ ਵਿੱਚ ਜਾ ਰਹੇ। ਹੁਣ ਜੇ ਉਹਨਾਂ ਮਿਨਿਸਟਰਾਂ ਉੱਤੇ ਐਕਸ਼ਨ ਨਾ ਹੋਇਆ, ਜੇ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਜਾਂ ਉਹਨਾਂ ਨੂੰ ਜ਼ਮਾਨਤ ਜਲਦੀ ਮਿਲ ਜਾਈ, ਤਾਂ ਕਿਵੇਂ ਲੋਕ ਇਹ ਨਹੀਂ ਸਮਝਣਗੇ ਕਿ ਅਦਾਲਤਾਂ ਵੀ ਇਨਫਲੂਐਂਸ ਹੁੰਦੀ।
ਇਸ ਕਰਕੇ ਸਾਰਾ ਜਿਹੜਾ ਹਿੱਸਾ ਹੈ ਦੇਸ਼ ਦਾ, ਜਾਂ ਸਾਰੇ ਵਰਗ ਹੈ, ਜਾਂ ਸਾਰੇ ਜਿਹੜੇ ਇੰਸਟੀਟਿਊਸ਼ਨਸ ਆ ਸਰਕਾਰ ਦੇ, ਉਹ ਹਰ ਸਰਕਾਰ ਵਿੱਚ ਉੱਥੇ ਇਮਾਨਦਾਰ ਬੰਦਿਆਂ ਨੂੰ ਪ੍ਰੋਟੈਕਟ ਕਰੋ, ਬੇਈਮਾਨ ਦੇ ਖਿਲਾਫ ਬੋਲੋ, ਔਰ ਜਿਹੜੇ ਬੇਈਮਾਨ ਦੇ ਖਿਲਾਫ ਬੋਲਦਾ, ਜਿਹਦੇ ਖਿਲਾਫ ਐਕਸ਼ਨ, ਬੇਈਮਾਨ ਬੰਦੇ ਉਹਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦੇ, ਉਦੋਂ ਫਿਰ ਉਹਦੀ ਮਦਦ ਲਈ ਆਓ। ਇਹ ਇੱਕ ਸੋਹਣਾ ਤਰੀਕਾ ਹੈ। ਸਾਰੇ ਤਰੀਕੇ ਨੇ ਇਦਾਂ ਵੀ, ਹਰ ਗੱਲ ਤੇ ਹਥਿਆਰ ਚੁੱਕਣ ਦੀ ਲੋੜ ਨਹੀਂ ਹੁੰਦੀ, ਹਰ ਗੱਲ ਤੇ ਤਲਵਾਰ ਚੁੱਕਣ ਦੀ ਲੋੜ ਨਹੀਂ ਹੁੰਦੀ। ਬਹੁਤ ਗੱਲਾਂ ਜਿੰਨੀਆਂ ਕਿ ਸਾਨੂੰ ਸਹੂਲਤਾਂ ਮਿਲੀਆਂ, ਆਜ਼ਾਦੀਆਂ ਮਿਲੀਆਂ, ਉਹਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ, ਵਿਵਸਥਾ ਨੂੰ ਇਸਤੇਮਾਲ ਕੀਤਾ ਜਾ ਸਕਦਾ। ਜਦੋਂ ਹਰ ਚੀਜ਼ ਬੰਦ ਹੋ ਗਈ, ਫਿਰ ਤਾਂ ਸਭ ਨੂੰ ਪਤਾ ਕਿ ਕੀ ਕਰਨਾ, ਫਿਰ ਕੋਈ ਕਹਿਣਾ ਥੋੜੀ ਪੈਂਦਾ। ਜਦੋਂ ਤੁਹਾਡੀ ਜਾਨ ਤੇ ਆ ਜਾਏ, ਫਿਰ ਤੁਹਾਨੂੰ ਕਹਿਣਾ ਥੋੜੀ ਪੈਂਦਾ ਕਿ ਤੁਸੀਂ ਰਹੋ ਸ਼ਾਂਤਮਈ ਜਾਂ ਨਹੀਂ, ਫਿਰ ਤਾਂ ਤੁਸੀਂ ਜੋ ਕਰੋਗੇ ਆਪਣੇ ਵਿਚਾਰ ਵੀ ਕਰੋਗੇ। ਤਾਂ ਇਸ ਕਰਕੇ, ਮਗਰ ਜਦ ਤੱਕ ਤਰੀਕੇ ਨੇ, ਜਦ ਤੱਕ ਤੁਹਾਡੇ ਕੋਲ ਰਾਹ ਨੇ, ਉਹ ਇਸ ਰਾਹ ਦਾ ਇਸਤੇਮਾਲ ਤਾਂ ਕਰੋ, ਉਹ ਜਿਹੜੇ ਟੂਲਸ ਦਾ ਇਸਤੇਮਾਲ ਤਾਂ ਕਰੋ, ਉਹ ਤੌਰ ਤਰੀਕਿਆਂ ਨੂੰ ਇਸਤੇਮਾਲ ਤਾਂ ਪੂਰਾ ਕਰੋ। ਹਾਂ, ਬੰਦ ਹੋ ਜਾਣ, ਨਹੀਂ ਹੁੰਦੇ, ਉਹ ਤੁਹਾਡੀ ਗੱਲ ਨਾ ਹੋਣ, ਫਿਰ ਤੁਸੀਂ ਅਗਲਾ ਤਰੀਕਾ ਅਪਣਾਓ। ਪਰ ਜਿਹੜੇ ਤਰੀਕੇ ਖੁੱਲੇ ਹੈ, ਬਿਲਕੁਲ ਸਿੱਧੇ ਹੈ, ਉਹਨਾਂ ਨੂੰ ਆਪਾਂ ਇਸਤੇਮਾਲ ਕਰਨਾ ਸਿੱਖਿਓ। ਪੜ੍ਹਾਈ ਨਾਲ ਜੁੜਿਆ ਹੈ, ਜੇ ਪੜਾਂਗੇ, ਪੜ੍ਹੇ ਲਿਖੇ ਹੋਗੇ ਤਾਂ ਆਪਾਂ ਸਾਰੀਆਂ ਗੱਲਾਂ ਫਾਈਨਲੀ ਉਹੀ ਗੱਲ ਆ ਜਾਂਦੀ ਕਿ ਜੇ ਸ਼ੁਰੂਆਤ ਵਿੱਚ ਪੜ੍ਹਾਈ ਕਰ ਲਈ ਤਾਂ ਤੁਸੀਂ ਵੈਸੇ ਹੀ ਬਹੁਤ ਚੀਜ਼ਾਂ ਕਰ ਸਕਦੇ। ਫਿਰ ਤੁਹਾਡੀ ਸਿਹਤ ਚੰਗੀ ਹੋਵੇ ਤਾਂ ਤੁਸੀਂ ਜ਼ਿਆਦਾ ਦੇਰ ਤੱਕ ਉਹ ਗੱਲਾਂ ਕਰ ਸਕਦੇ। ਔਰ ਫਿਰ ਤੁਹਾਨੂੰ ਇਹ ਸਮਝ ਆਵੇ ਕਿ ਆਖਰੀ ਹਥਿਆਰ ਪਹਿਲਾਂ ਨਹੀਂ ਇਸਤੇਮਾਲ ਕਰਨਾ, ਤਾਂ ਤੁਸੀਂ ਕਾਫੀ ਸੇਫ ਤਰੀਕੇ ਨਾਲ ਸਮਾਜ ਦਾ ਕੁਝ ਕਰ ਸਕਦੇ।